श्री नानक अंगद गुरु अमरदास पद बंद रामदास अर्जन गुरु बर श्री हरगोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद जिसमें है अमृत ज्ञान है माणिक भगत वैराग गुरु ग्रंथ साहिब उदद बंदो कर अनुराग श्री गुर शब्द कुमाए जिन जीते पंच विकार तिन संतन को बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी दोहरा दृढ़ हृदय अज्ञान जो बहु विद जगत बनाओ ज्ञान भय ते नष्ट हुआ चाहत जे सतगुर त्याओ दृढ़ हृदय अज्ञान जो। वाहिगुरु जी का खालसा वाहिगुरु जी की फतेह। धन धन सतगुरु गरीब नवाज दीन दयाल श्री गुरु नानक देव साहिब जी महाराज अमृत के दाते साहिब कमाल धन धन श्री गुरु गोबिंद सिंह साहिब जी महाराज धन धन श्री गुरु ग्रंथ साहिब सच्चे पातशाह जी महाराज। सतगुरु जी की साजी नवाजी गुरु रूप गुरु प्यारी गुरु सवारी साध संगत जीओ आप जी बहुत ही वड्डियां भागां वाले कर्मां वाले हो जो कि धन धन श्री गुरु ग्रंथ साहिब महाराज जी के दर्शन करके धन धन श्री गुरु अर्जन देव महाराज जी के पावन पवित्र सोहने दरबार दीवान विच हाजरियां भर के लाहा लै रहे हो। सच्चे पातशाह जी ने बेअंत किरपा की है। संध्या के समय तो ही बेअंत संगतां ने हाजरियां भर के लाहा लिया है। गुरु साहब जी की धुर की बाणी सच की बाणी के जाप सरवण करके अपने इस शरीर इस कन्ना नूं इस समय नूं सफला कीता है। सो इस दे नाल ही जो आपां रोजाना ही श्री गुरु नानक देव जो गोविंद रूप परमेश्वर रूप हैं उन्हां सतगुरां दी लड़ीवार रूप विच इतिहास की कथा सरवण कर रहे हाँ। जिवें गुरु महाराज जी ऐमणाबाद शहर विखे गए
ਇੱਥੋਂ ਦੇ ਜਿਹੜੇ ਪਠਾਨ ਬਹੁਤ ਹੀ ਮੰਦੀ ਮੱਤ ਵਾਲੇ ਭੈੜੇ ਸਨ। ਸ਼ਰਾਬਾਂ ਕਬਾਬਾਂ ਬਦਫੈਲੀਆਂ ਕਰਦੇ ਸੀ। ਅਤੇ ਇਹੋ ਜਿਹੇ ਲੋਕ ਜਿਹੜੇ ਸੰਤਾਂ ਮਹਾਂਪੁਰਸ਼ਾਂ ਦੀ ਵੀ ਕੋਈ ਸੇਵਾ ਭਾਵਨਾ ਨਹੀਂ ਸੀ ਕਰਦੇ, ਜਿਸ ਕਰਕੇ ਗੁਰੂ ਮਹਾਰਾਜ ਜੀ ਨੇ ਜਦੋਂ ਭਾਈ ਮਰਦਾਨੇ ਹੋਣਾ ਦੀ ਬੇਅਦਬੀ ਕੀਤੀ, ਇਹਨਾਂ ਲੋਕਾਂ ਨੇ ਸ਼ਬਦ ਉਚਾਰਨ ਕੀਤਾ ਤਲੰਗ ਰਾਗ ਵਿੱਚ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲ ਹੋ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਇਹ ਸ਼ਬਦ ਦੇ ਰਾਹੀਂ ਗੁਰੂ ਸਾਹਿਬ ਜੀ ਨੇ ਭਵਿੱਖਤ ਵਾਗ ਕਹੇ। ਅਤੇ ਫਿਰ ਉਹ ਸਾਰਾ ਭਾਈ ਲਾਲੋ ਨੂੰ, ਅਤੇ ਇੱਕ ਜੋ ਬ੍ਰਾਹਮਣ ਇੱਥੇ ਸੁਣਦਾ ਸੀ ਇਹ ਸ਼ਬਦ ਸੁਣ ਕੇ ਉਹ ਡਰ ਗਿਆ ਅਤੇ ਘਰ ਨੂੰ ਚਲਾ ਗਿਆ। ਭੋਜਨ ਪਕਵਾਨ ਮਿੱਠੇ ਤਿਆਰ ਕਰਕੇ ਲਿਆਇਆ ਅਤੇ ਕਹਿਣ ਲੱਗਾ ਵੀ ਗੁਰੂ ਨਾਨਕ ਸਾਹਿਬ ਜੀ, ਆਪ ਜੀ ਇਹਨਾਂ ਸੰਤਾਂ ਨੂੰ ਭੋਜਨ ਪ੍ਰਸ਼ਾਦੇ ਛਕਾ ਦਿਓ, ਤ੍ਰਿਪਤ ਕਰ ਦਿਓ, ਅਤੇ ਜਿਹੜੇ ਆਪ ਜੀ ਨੇ ਬਚਨ ਕਹੇ ਹੈ ਉਹ ਆਪਣੇ ਬਚਨ ਵਾਪਸ ਮੋੜ ਲਓ, ਫੇਰ ਕੇ ਰੱਖ ਦਿਓ। ਗੁਰੂ ਮਹਾਰਾਜ ਕਹਿੰਦੇ ਵੀ ਇਹ ਬ੍ਰਾਹਮਣ ਜੀ, ਸੰਤਾਂ ਦੇ ਜਿਹੜੇ ਬਚਨ ਹੁੰਦੇ ਉਹ ਤਾਂ ਇਵੇਂ ਹੈ ਜਿਵੇਂ ਹਾਥੀ ਦੇ ਦੋ ਦੰਦ ਬਾਹਰ ਹੁੰਦੇ, ਉਹ ਜਿਹੜੇ ਇੱਕ ਵਾਰ ਬਾਹਰ ਨਿਕਲ ਆਉਣ ਕਦੀ ਵਾਪਸ ਨਹੀਂ ਜਾ ਸਕਦੇ। ਐਵੇਂ ਸਾਧ ਬਚਨ ਅਟਲਾਦਾ, ਜਿਹੜੇ ਮੁੱਖ 'ਚੋਂ ਬਚਨ ਨਿਕਲ ਗਏ ਉਹ ਹੁਣ ਵਾਪਸ ਨਹੀਂ ਹੋ ਸਕਦੇ। ਇਹ ਤਾਂ ਹੁਣ ਇਹਨਾਂ ਦਾ ਪਠਾਣਾ ਦਾ ਨਾਸ ਹੋਏਗਾ ਹੀ ਹੋਏਗਾ। ਬਾਕੀ ਤੁਸੀਂ ਸ਼ਰਨ ਵਿੱਚ ਆ ਗਏ ਹੋ ਅਤੇ ਸ਼ਰਨ ਭਰਿਆਂ ਦੀ ਅਸੀਂ ਲਾਜ ਰੱਖਦੇ ਹਾਂ ਵੀ ਤੁਸੀਂ ਬਚ ਜਾਓਗੇ। ਫਿਰ ਭਾਈ ਲਾਲੋ ਵੀ ਕੋਲ ਹੀ ਬੈਠੇ ਸਨ। ਮਹਾਰਾਜ ਜੀ ਨੇ ਕਿਹਾ ਵੀ ਹੇ ਬ੍ਰਾਹਮਣ ਅਤੇ ਭਾਈ ਲਾਲੋ, ਤੁਸੀਂ ਆਪਣਾ ਜੀਆ ਜੰਤ ਟੱਬਰ ਟੀਰ ਲੈ ਕੇ ਐਮਨਾਬਾਦ ਤੋਂ 4 ਕੋਹ ਦੀ ਦੂਰੀ ਉੱਪਰ ਇੱਕ ਸੁੱਕਾ ਤਲਾਬ ਹੈ, ਨੀਵੀਂ ਥਾਂ ਹੈ, ਉਸ ਨੀਵੀਂ ਥਾਂ ਵਿੱਚ ਜਾ ਕੇ ਤੁਸੀਂ ਨਿਵਾਸ ਕਰ ਲਓ, ਉੱਥੇ ਰਹੋ, ਕਿਉਂਕਿ ਦਿਨ ਚੜ੍ਹਦਿਆਂ ਹੀ ਬਾਬਰ ਦੀ ਫੌਜ ਜਿਹੜੀ ਆ ਜਾਣੀ। ਇਹ ਕੁਝ ਜਦੋਂ ਕਿਹਾ ਅਤੇ ਜਿਹੜੇ ਭਾਈ ਲਾਲੋ ਜੀ ਅਤੇ ਬ੍ਰਾਹਮਣ ਸਤਿਗੁਰ ਜੀ ਦੇ 7 ਬਚਨ ਮੰਨ ਕੇ ਸਾਰੀ ਜਿਹੜੀ ਸਮੱਗਰੀ ਹੈ ਛਕਣ ਛਕਾਉਣ ਵਾਲੀ ਲੋੜਵੰਦ ਪਰਿਵਾਰ ਟੱਬਰ ਟੀਰ ਲੈ ਕੇ ਅਤੇ ਉਹ ਚਲੇ ਗਏ। ਉੱਥੇ ਜਾ ਕੇ ਸੋਹਣਾ ਸੁੱਕਾ ਤਲਾਬ ਦੇਖਿਆ, ਉੱਥੇ ਜਾ ਕੇ ਨਿਵਾਸ ਕਰ ਲਿਆ। ਇੱਧਰ ਜੋ ਬਾਬਰ ਸੀ ਉਹ ਐਮਨਾਬਾਦ ਤੋਂ 50 ਕੋਹ ਦੀ ਦੂਰੀ 'ਤੇ ਬੈਠਾ ਹੋਇਆ ਸੀ। ਉਹਦਾ ਮਹਾਰਾਜ ਨੇ ਮਨ ਫੇਰ ਦਿੱਤਾ। ਉਹਦੇ ਮਨ 'ਚ ਆਏ ਵੀ ਇਹ ਜਿਹੜੇ ਪਠਾਨ ਲੋਧੀ ਹੈ ਬੜੇ ਹੰਕਾਰੀ, ਮੇਰੀ ਈਣ ਨਹੀਂ ਮੰਨਦੇ। ਮੇਰਾ ਤਾਂ ਦਿਲ ਕਰਦਾ ਵੀ ਸਵੇਰੇ ਦਿਨ ਚੜ੍ਹਦਿਆਂ ਜਾ ਘੇਰਾ ਪਾਵਾਂ ਅਤੇ ਇਹਨਾਂ ਨੂੰ ਸਾਰਿਆਂ ਨੂੰ ਖਤਮ ਕਰ ਦਿਆਂ। ਇਵੇਂ ਮਨ ਫਿਰ ਗਿਆ। ਪਰਮੇਸ਼ਰ ਵੱਲੋਂ ਪ੍ਰੇਰੇ ਹੋਏ ਦਾ ਹੀ ਇਹਨੇ ਆਪਣੀ ਸੈਨਾ ਨੂੰ ਹੁਕਮ ਕਰ ਦਿੱਤਾ ਵੀ ਤਿਆਰੀ ਕਰੋ, ਦਿਨ ਚੜ੍ਹਦਿਆਂ ਹੀ ਆਪਾਂ ਉੱਥੇ ਪਹੁੰਚਣਾ। ਸਾਰੀ ਫੌਜ ਨੇ ਤਿਆਰੀ ਕਰ ਲਈ, ਕਾਠੀਆਂ ਪਾ ਲਈਆਂ, ਘੋੜਿਆਂ 'ਤੇ ਗੋਲੀ ਸਿੱਕਾ ਪਾ ਕੇ ਬੰਦੂਕਾਂ ਕੱਸ ਲਈਆਂ। ਫਿਰ ਇਹ ਬੜੀ ਛੇਤੀ ਆ ਗਏ। ਪਰਮੇਸ਼ਰ ਦੀ ਦੇਵਨੈਤ ਦੀ ਜਿਹੜੀਆਂ ਰਾਜ ਕੋਈ ਆਉਣ ਵਾਲੀਆਂ ਨਦੀਆਂ ਸਾਰੀਆਂ ਹੀ ਸੁੱਕ ਗਈਆਂ, ਕੋਈ ਇਹਨਾਂ ਨੂੰ ਅਟਕ ਨਹੀਂ ਪਈ, ਬਹੁਤ ਛੇਤੀ ਆ ਗਏ। ਦਿਨ ਚੜ੍ਹਦੇ ਜੰਗ ਯੁੱਧ ਮੱਚ ਗਏ। ਪਠਾਨ ਵੀ ਅੱਗੋਂ ਤਗੜਿਆਂ ਹੋ ਕੇ ਲੜੇ, ਸੂਰਮੇ ਹੁੰਦੇ ਪਠਾਨ ਉਂਝ, ਬੜਾ ਇਹ ਲੜੇ ਭਿੜੇ। ਅਖੀਰੀ ਫਿਰ ਬਾਬਰ ਨੇ ਕਿਹਾ ਵੀ ਮੁਗਲੋ, ਆ ਤੁਸੀਂ ਤਨਖਾਹਾਂ ਮੇਰੇ ਪਾਸੋਂ ਲੈਂਦੇ ਰਹੇ ਹੋ, ਆਨੰਦ ਭੋਗਦੇ ਰਹੇ ਹੋ, ਹੁਣ ਪ੍ਰਾਣਾਂ ਦਾ ਵੇਲਾ ਆਇਆ ਜੇ ਪ੍ਰਾਣ ਪਿਆਰੇ ਕਰਕੇ ਰੱਖੇ ਹੋਏ ਆ, ਅੱਗੇ ਹੋ ਕੇ ਕਿਉਂ ਨਹੀਂ ਤੁਸੀਂ ਲੜਦੇ। ਇਹ ਕੁਝ ਕਹਿ ਕੇ ਉਹਨੇ ਨਗਾਰਿਆਂ 'ਤੇ ਡੰਕੇ ਵਜਾਏ, ਚੋਬਾਂ ਲਵਾਈਆਂ। ਫਿਰ ਜੰਗ ਯੁੱਧ ਭਾਰੀ ਜਿਹੜਾ ਸ਼ੁਰੂ ਹੋ ਗਿਆ। ਮੁਗਲਾਂ ਨੇ
ਚੰਗੇ ਜਿਹੜੇ ਇਹਨਾਂ ਦੇ ਆਹੂ ਲਾਏ, ਕਿਸੇ ਦੇ ਮੋਢੇ ਲਾ ਦਿੱਤੇ, ਬਾਹਾਂ, ਕਿਸੇ ਦੇ ਧੜ ਤੋਂ ਸੀਸ ਅਲੱਗ ਕਰ ਦਿੱਤੇ। ਜਿਹੜੇ ਪਠਾਨ ਕੋਈ ਤੀਰ ਕਮਾਨ ਗੋਲੀਆਂ ਮਾਰਦੇ ਆ, ਉਹ ਸਭ ਫਿੱਕੇ ਪੈ ਰਹੇ ਆ ਗੁਰੂ ਦੇ ਬਚਨਾਂ ਕਰਕੇ। ਕੁਝ ਨਹੀਂ ਬਸ ਚੱਲ ਰਿਹਾ। ਇਵੇਂ ਜੋ ਇਹਨਾਂ ਦੀ ਮਾੜੀ ਹਾਲਤ ਹੋਈ, ਫਿਰ ਉਹਨਾਂ ਨੇ ਮੁਗਲਾਂ ਨੇ ਇਹਨਾਂ ਦੀਆਂ ਇਸਤਰੀਆਂ ਵੀ ਖੋਹ ਲਈਆਂ ਅਤੇ ਜਿਹੜੇ ਆ ਧਨ ਦੌਲਤ ਵੀ ਬੜੀ ਲੁੱਟੀ। ਅੱਗੇ ਜਿਵੇਂ ਇਹਨਾਂ ਨਾਲ ਹੋਰ ਬੜੀ ਮਾੜੀ ਹਾਲਤ ਹੋਈ, ਜਿਵੇਂ ਜਿਵੇਂ ਬੀਤੀ ਹੈ। ਅਗਲੇ ਪ੍ਰਸੰਗ ਵਿੱਚ ਗੁਰੂ ਸਾਹਿਬ ਜੀ ਗੁਰਬਾਣੀ ਦੇ ਸ਼ਬਦਾਂ ਰਾਹੀਂ ਉਹ ਸਾਰਾ ਕੁਝ ਦੱਸ ਰਹੇ ਹੈ। ਗੁਰਬਾਣੀ ਦੇ ਸ਼ਬਦ ਵੀ ਵਿੱਚ ਆਉਣਗੇ, ਪ੍ਰਸੰਗ ਵਿੱਚ ਵੀ ਆਉਣਗੇ। ਜਿਵੇਂ ਬਾਬਰ ਗੁਰੂ ਸਾਹਿਬ ਜੀ ਦੀ ਸ਼ਰਨ ਪਿਆ ਹੈ ਅਤੇ ਉਹਦੇ ਨਾਲ ਜਿਵੇਂ ਗੁਰੂ ਜੀ ਦੇ ਬਚਨ ਵਿਲਾਸ ਹੋਏ, ਉਹ ਪ੍ਰਸੰਗ ਵਿਸਥਾਰ ਨਾਲ ਆ ਰਿਹਾ ਹੈ। ਜਿਵੇਂ ਵੀ ਗੁਰੂ ਸਾਹਿਬ ਜੀ ਦੀ ਕਥਾ ਵਿਚਾਰ ਆਉਂਦੀ ਹੈ, ਆਓ ਆਪਾਂ ਬੜੇ ਪਿਆਰ ਸਤਿਕਾਰ ਅਦਬ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦ੍ਰਿੜ ਹਿਰਦੇ ਅਗਿਆਨ ਜੋ। ਗੁਰੂ ਮਹਾਰਾਜ ਜੀ ਜੋ ਸਤਿਗੁਰੂ ਪੂਰੇ ਹੈ, ਭਾਈ ਸੰਤੋਖ ਸਿੰਘ ਜੀ ਉਹਨਾਂ ਦਾ ਮੰਗਲ ਕਰ ਰਹੇ ਹੈ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰਿ ਗੁਣ ਗਾਓ। ਜਿੰਨਾ ਚਿਰ ਪੂਰੇ ਗੁਰੂ ਸਤਿਗੁਰੂ ਨਹੀਂ ਮਿਲਦੇ, ਅੰਦਰੋਂ ਅਗਿਆਨ ਨਾਸ ਨਹੀਂ ਹੁੰਦਾ, ਉਹਨਾਂ ਚਿਰ ਇਹ ਜਿਹੜੀ ਬਣਾਵਟ ਬਣੀ ਹੋਈ ਉਹ ਦਿਸਦੀ ਰਹੇਗੀ, ਉਹਨਾਂ ਚਿਰ ਗਿਆਨ ਕੋਈ ਹੋ ਨਹੀਂ ਸਕਦਾ। ਇੱਕ ਹੈ ਪਰੋਖ ਗਿਆਨ, ਇੱਕ ਹੈ ਅਪਰੋਕਸ਼ ਗਿਆਨ। ਗੁਰੂ ਜੇ ਅਪਰੋਕਸ਼ ਗਿਆਨ ਬਖਸ਼ ਦੇਣ ਤਾਂ ਇਹ ਜਿਹੜਾ ਸੰਸਾਰ ਦਾ ਪਸਾਰਾ ਝੂਠਾ, ਇਹਦੀ ਨਿਵਰਤੀ ਹੋ ਸਕਦੀ ਹੈ। ਪੂਰੇ ਸਤਿਗੁਰਾਂ ਦਾ ਕਵੀ ਸਾਹਿਬ ਜੀ ਮੰਗਲ ਕਰ ਰਹੇ ਹਨ। ਦ੍ਰਿੜ ਹਿਰਦੇ ਅਗਿਆਨ ਜੋ। ਕਹਿੰਦੇ ਹੈ ਵੀ ਜੋ ਹਿਰਦੇ ਵਿੱਚ ਅਗਿਆਨ ਹੈ, ਬੜਾ ਪੱਕਾ ਹੋਇਆ ਪਿਆ, ਬੜਾ ਭਾਰੀ ਅਗਿਆਨ ਦੇ ਕਾਰਨ ਉਹ ਬਿਦ ਜਗਤ ਬਣਾਓ। ਜਿਸ ਭਾਰੀ ਅਗਿਆਨ ਦੇ ਕਰਕੇ, ਪੱਕੇ ਅਗਿਆਨ ਦੇ ਕਰਕੇ ਬਹੁਤ ਤਰ੍ਹਾਂ ਦੀ ਸੰਸਾਰ ਦੀ ਬਣਾਵਟ ਬਣੀ ਹੋਈ ਦਿਸ ਰਹੀ ਹੈ। ਇਹ ਜੋ ਕੁਝ ਵੀ ਦਿਸ ਰਿਹਾ ਹੈ ਸਾਨੂੰ ਬਣਤਰ, ਇਹ ਸਾਧ ਸੰਗਤ ਜੀ ਅਗਿਆਨ ਕਰਕੇ ਹੈ। ਜਿੰਨਾ ਚਿਰ ਪ੍ਰਤੱਖ ਗਿਆਨ, ਅਪਰੋਕਸ਼ ਗਿਆਨ ਨਹੀਂ ਹੁੰਦਾ, ਉਹਨਾਂ ਚਿਰ ਇਹ ਸੰਸਾਰ ਦੀ ਬਣਾਵਟ ਬਣਤਰ ਦਿਸ ਰਹੀ ਹੈ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਤਹਿ ਕਰਮ ਹੈ ਨਾਸ। ਵੀ ਗਿਆਨ ਦੇ ਕਾਰਨ ਜਿਹੜਾ ਹੈ ਕਰਮ ਅਭਿਆਸ ਕੀਤਾ ਜਾਂਦਾ ਹੈ, ਅਤੇ ਜਦੋਂ ਗਿਆਨ ਹੋ ਗਿਆ ਉੱਥੇ ਕਰਮ ਜਿਹੜੇ ਕਰਨੇ, ਕਿਰਿਆ ਕਰਨੀ, ਉਹ ਨਾਸ ਹੋ ਜਾਂਦੀ ਹੈ। ਜਿਸ ਕਰਕੇ ਕਹਿ ਰਹੇ ਹੈ ਵੀ ਜੋ ਹਿਰਦੇ ਵਿੱਚ ਪੱਕਾ ਗਿਆਨ ਹੈ, ਜਿਸ ਦੇ ਕਾਰਨ ਬਹੁਤ ਤਰ੍ਹਾਂ ਦੀ ਜਿਹੜੀ ਹੈ ਸੰਸਾਰ ਦੀ ਬਣਾਵਟ ਬਣੀ ਹੋਈ ਦਿਸ ਰਹੀ ਹੈ। ਗਿਆਨ ਭਏ ਤੇ ਨਸ਼ਟ ਹੋਇਆ। ਅਪਰੋਕਸ਼ ਗਿਆਨ ਹੋਣ ਦੇ ਦੁਆਰਾ ਉਹ ਨਸ਼ਟ ਹੋ ਜਾਂਦੀ ਹੈ। ਕਰਮ ਜਿਹੜੇ ਕਰਮ ਕਰਨੇ ਹੈ ਤਰ੍ਹਾਂ ਤਰ੍ਹਾਂ ਦੇ, ਭਾਵੇਂ ਉਹ ਸੇਵਾ ਰੂਪ ਵਿੱਚ ਹੈ, ਕਿਸੇ ਰੂਪ ਵਿੱਚ ਵੀ, ਅਤੇ ਉਹ ਸਾਧ ਸੰਗਤ ਜੀ ਗਿਆਨ ਕਾਰਨ ਹੈ। ਕੋਈ ਵੀ ਕੰਮ ਕਰਨਾ
ਜਿਵੇਂ ਸੇਵਾ ਵੀ ਆਪਾਂ ਕਰਦੇ ਹਾਂ, ਕਰਮ ਹੈ ਇੱਕ, ਉਂਝ ਤੇ ਹਰ ਇੱਕ ਚੀਜ਼ ਕਰਮ ਹੈ। ਪਾਠ ਕਰਨਾ, ਸੇਵਾ ਕਰਨੀ, ਕਰਮ ਹੈ ਸਭ। ਇਹ ਗਿਆਨ ਕਾਰਨ ਵੀ ਸਾਨੂੰ ਸਮਝ ਆ ਜਾਏ। ਜਿਸ ਦਿਨ ਗਿਆਨ ਹੋ ਜਾਂਦਾ ਹੈ ਉੱਥੇ ਕਰਮ ਨਾਸ ਹੋ ਜਾਂਦੇ। ਅਤੇ ਜਦੋਂ ਗਿਆਨ ਹੋ ਗਿਆ ਅਤੇ ਸੰਸਾਰਿਕ ਕਰਮ ਤੇ ਆਪਣੇ ਆਪ ਹੀ ਨਾਸ ਹੋ ਜਾਂਦੇ। ਫਿਰ ਕੋਈ ਕਰਮ ਰਹਿ ਹੀ ਨਹੀਂ ਜਾਂਦਾ। ਗੁਰੂ ਮਹਾਰਾਜ ਜਦੋਂ ਅਪਰੋਕਸ਼ ਗਿਆਨ ਦੇ ਦਿੰਦੇ ਹੈ, ਫਿਰ ਗਿਆਨ ਭਏ ਤੇ ਨਸ਼ਟ ਹੋਇਆ। ਜੋ ਸੰਸਾਰ ਦੀ ਤਰ੍ਹਾਂ ਤਰ੍ਹਾਂ ਦੀ ਬਨੌਟ ਬਣਤਰ ਬਣੀ ਹੋਈ ਦਿਸ ਰਹੀ ਹੈ, ਇਸੇ ਤਰ੍ਹਾਂ ਹਿਰਦੇ ਵਿੱਚ ਜਿਹੜਾ ਪੱਕਾ ਅਗਿਆਨ ਹੈ, ਇਹ ਦੋਵੇਂ ਨਾਸ ਹੋ ਜਾਂਦੇ। ਅਪਰੋਕਸ਼ ਗਿਆਨ ਹੋਏ ਤੇ ਚਾਹਤ ਜੇ ਸਤਿਗੁਰ ਧਿਆਓ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਹੇ ਜਗਿਆਸੂ, ਹੇ ਸਿੱਖ, ਜੇ ਤੂੰ ਐਸੀ ਅਵਸਥਾ ਬਣਾਉਣੀ ਚਾਹੁੰਦਾ ਹਾਂ ਤਾਂ ਤੇ ਜੋ ਪੂਰੇ ਸਤਿਗੁਰੂ ਹੈ, ਗੁਰੂ ਨਾਨਕ ਸਾਹਿਬ, ਉਹਨਾਂ ਸਤਿਗੁਰਾਂ ਦਾ ਨਾਮ ਧਿਆ, ਉਹਨਾਂ ਸਤਿਗੁਰਾਂ ਦਾ ਆਰਾਧਨ ਕਰ। ਪੂਰੇ ਗੁਰੂ ਜੋ ਸੂਰੇ ਗੁਰੂ ਹੈ ਗੁਰੂ ਨਾਨਕ ਸਾਹਿਬ, ਉਹਨਾਂ ਨੂੰ ਧਿਆਉਣਾ ਕਰ, ਆਰਾਧਨਾ ਕਰ, ਜਿਸ ਕਰਕੇ ਤੇਰੇ ਅੰਦਰੋਂ ਅਗਿਆਨ ਵੀ ਜਿਹੜਾ ਪੱਕਾ ਹੈ ਉਹ ਵੀ ਨਾਸ ਹੋ ਜਾਏਗਾ ਅਤੇ ਅਪਰੋਕਸ਼ ਗਿਆਨ ਹੋ ਜਾਏਗਾ। ਅਪਰੋਕਸ਼ ਗਿਆਨ ਹੋ ਗਿਆ, ਬਹੁਤ ਤਰ੍ਹਾਂ ਦਾ ਜਿਹੜਾ ਸੰਸਾਰ ਦੀ ਬਨੌਟ ਬਣੀ ਦਿਸ ਰਹੀ, ਇਹ ਵੀ ਖਤਮ ਹੋ ਜਾਏਗੀ। ਜਿਵੇਂ ਅੰਧੇ ਹਨੇਰੇ ਵਿੱਚ ਰੱਸੀ ਪਈ ਹੋਵੇ ਜਾਂ ਪਾਣੀ ਡੁੱਲਿਆ ਹੋਵੇ ਲੀਕ ਵਾਂਗ, ਅਤੇ ਜਾਂ ਤਰੇੜ ਪਈ ਹੋਵੇ ਜ਼ਮੀਨ ਵਿੱਚ, ਤੋਂ ਭੁਲੇਖਾ ਪੈ ਜਾਂਦਾ ਅਗਿਆਨ ਕਰਕੇ, ਭਰਮ ਕਰਕੇ ਵੀ ਇਹ ਸੱਪ ਹੈ। ਪਰ ਜਦੋਂ ਹੀ ਉੱਥੇ ਪ੍ਰਕਾਸ਼ ਹੋ ਜਾਏ, ਲਾਈਟ ਦਾ ਹੋ ਜਾਏ, ਸੂਰਜ ਦਾ ਹੋ ਜਾਏ, ਅਤੇ ਉਹ ਅਗਿਆਨ ਨਾਸ ਹੋ ਜਾਂਦਾ ਹੈ। ਸਮਝ ਆ ਜਾਂਦੀ ਹੈ ਵੀ ਇਹ ਤਾਂ ਰੱਸੀ ਹੈ, ਇਹ ਸੱਪ ਥੋੜ੍ਹੀ ਹੈ। ਇਸੇ ਤਰ੍ਹਾਂ ਹੀ ਸੰਸਾਰ ਦਾ ਭੁਲੇਖਾ ਪਿਆ ਹੋਇਆ ਹੈ ਕਿ ਸੰਸਾਰ ਤਾਂ ਉਂਝ ਤਿੰਨਾਂ ਸਮਿਆਂ 'ਚ ਨਹੀਂ ਹੈਗਾ। ਗਿਆਨੀਆਂ ਪੁਰਖਾਂ ਕਰਕੇ, ਗਿਆਨੀ ਪੁਰਖਾਂ ਵਾਸਤੇ, ਜਿਵੇਂ ਮਹਾਰਾਜ ਕਹਿੰਦੇ ਜਗ ਰਚਨਾ ਸਭ ਝੂਠ ਹੈ, ਅਸੀਂ ਕਹਿਣਾ ਵੀ ਝੂਠ ਕਿੱਥੇ ਹੈ। ਇੱਥੇ ਲੋਕ ਤੁਰੇ ਫਿਰਦੇ ਸਾਰੇ ਦਿਸ ਰਹੇ ਹੈ, ਕੋਠੀਆਂ ਪਈਆਂ ਹੈ, ਗੱਡੀਆਂ ਹੈ, ਝੂਠ ਕਿੱਥੇ ਹੈ। ਪਰ ਝੂਠ ਤਾਂ ਇਹ ਹੈ ਵੀ ਜਿਹੜਾ ਨਾਸ ਹੋ ਜਾਣਾ ਵਾਲਾ ਉਹਨੂੰ ਝੂਠ ਕਿਹਾ ਜਾਂਦਾ, ਜਿਹੜਾ ਖਤਮ ਹੋ ਜਾਣ ਵਾਲਾ ਹੈ। ਗੱਡੀਆਂ ਵੀ ਖਤਮ ਹੋਣ ਵਾਲੀਆਂ, ਅਸੀਂ ਵੀ ਖਤਮ ਹੋਣ ਵਾਲੇ, ਘਰ ਵੀ ਖਤਮ ਹੋਣ ਵਾਲੇ। ਤਿੰਨਾਂ ਸਮਿਆਂ 'ਚ ਸੰਸਾਰ ਨਹੀਂ ਗਾ। ਜਿਵੇਂ ਰੱਸੀ ਵਿੱਚ ਪਹਿਲਾਂ ਵੀ ਸੱਪ ਨਹੀਂ ਸੀ, ਜਦੋਂ ਆਪਾਂ ਨਹੀਂ ਵੇਖਿਆ, ਜਦੋਂ ਅਗਿਆਨ ਕਰਕੇ, ਅੰਧਕਾਰ ਕਰਕੇ ਭੁਲੇਖਾ ਪੈ ਗਿਆ ਵੀ ਇਹ ਸੱਪ ਹੈ, ਉਦੋਂ ਵੀ ਉਹ ਸੱਪ ਨਹੀਂ ਸੀ, ਉਦੋਂ ਵੀ ਉਹ ਰੱਸੀ ਸੀ। ਅਤੇ ਜਦੋਂ ਗਿਆਨ ਹੋ ਗਿਆ ਉਦੋਂ ਤਾਂ ਬਿਲਕੁਲ ਹੀ ਉਹ ਰੱਸੀ ਦੀ ਰੱਸੀ ਰਹਿ ਗਈ, ਸੱਪ ਹੈਗਾ ਹੀ ਨਹੀਂ। ਇਸੇ ਤਰ੍ਹਾਂ ਹੀ ਸੰਸਾਰ ਤਿੰਨਾਂ ਸਮਿਆਂ 'ਚ ਨਹੀਂ ਹੈ। ਇਹਦੀ ਬਨੌਟ ਜਿਹੜੀ ਬਣੀ ਹੋਈ ਦਿਸ ਰਹੀ ਅਗਿਆਨ ਕਰਕੇ ਹੈ, ਅੰਧਕਾਰ ਕਰਕੇ ਹੈ, ਭੁਲੇਖੇ ਕਰਕੇ। ਅਸਲ ਵਿੱਚ ਰੱਸੀ ਦੀ ਨਿਆਈ ਪਰਮੇਸ਼ਰ ਹੀ ਹੈ। ਤਿੰਨਾਂ ਸਮਿਆਂ ਵਿੱਚ ਆਦਿ ਸੱਚ, ਜੁਗਾਦਿ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪਹਿਲਾਂ ਵੀ ਨਹੀਂ ਸੀ ਇਹ ਸੰਸਾਰ, ਪਹਿਲਾਂ ਵੀ ਪਰਮਾਤਮਾ ਹੀ ਹੈ। ਜਦੋਂ ਇਹ ਸਾਨੂੰ ਹੁਣ ਭੁਲੇਖਾ ਪਿਆ ਹੋਇਆ ਵੀ ਸੰਸਾਰ ਹੈਗਾ ਹੈ, ਇਹ ਜਗ ਰਚਨਾ ਝੂਠੀ ਨਹੀਂ ਹੈ, ਉਦੋਂ ਵੀ ਬ੍ਰਹਮ ਹੀ ਹੈ ਹਰ ਵਕਤ। ਜਿਸ ਦਿਨ ਗਿਆਨ ਹੋ ਜਾਏਗਾ ਉਸ ਦਿਨ ਤੇ ਪੱਕਾ ਹੀ ਪਤਾ ਲੱਗ ਜਾਏਗਾ ਵੀ ਵਾਕਿਆ ਇਹ ਸੰਸਾਰ ਨਹੀਂ ਗਾ। ਇਹ ਅਵਸਥਾ ਬਣਾਉਣੀ ਬੜੀ ਔਖੀ ਹੈ, ਅਤੇ ਗੁਰੂ ਮਹਾਰਾਜ ਜੀ ਨੇ ਕਿਹਾ ਹੈ। ਅਤੇ ਜਾਂ ਬ੍ਰਹਮ ਗਿਆਨੀ ਜਾਣਦੇ ਹੈ ਵੀ ਆਤਮ ਸਾਰਾ ਕਰਨ ਹਾਰਾ, ਏਕ ਬਿਨਾ ਨਹੀਂ ਜਾਣੀਐ। ਇਹ ਇੱਕ ਪਰਮੇਸ਼ਰ ਤੋਂ ਬਿਨਾਂ ਨਹੀਂ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਐਵੇਂ ਉਹ ਤੈਨੂੰ ਹੇ ਮੇਰੇ ਮਨਾ ਜਾਂ ਜਗਿਆਸੂ ਸਿੱਖਿਆ ਲੈਣ ਵਾਲੇ ਸਿੱਖ, ਜਿਹੜਾ ਤੇਰੇ ਹਿਰਦੇ ਵਿੱਚ ਪੱਕਾ ਅਗਿਆਨ ਨੇ ਘਰ ਕੀਤਾ ਹੈ, ਜਿਸ ਦੇ ਕਾਰਨ ਬਹੁਤ ਤਰ੍ਹਾਂ ਦੀ ਤੈਨੂੰ ਸੰਸਾਰ ਦੀ ਬਣਾਵਟ ਬਣੀ ਹੋਈ ਦਿਸ ਰਹੀ ਹੈ। ਜੇ ਤੂੰ ਚਾਹੁੰਦਾ ਵੀ ਇਹ ਨਸ਼ਟ ਹੋ ਜਾਏ, ਮੈਨੂੰ ਪ੍ਰਤੱਖ ਅਪਰੋਕਸ਼ ਗਿਆਨ ਪ੍ਰਾਪਤ ਹੋ ਜਾਏ,
ਤਾਂ ਤੂੰ ਪੂਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ। ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨੂੰ ਧਿਆਉਣਾ ਕਰ, ਆਰਾਧਨਾ ਕਰ, ਫਿਰ ਤੈਨੂੰ ਅਗਿਆਨ ਨਾਸ ਹੋ ਕੇ ਬ੍ਰਹਮ ਗਿਆਨ ਹੋ ਜਾਏਗਾ। ਸ੍ਰੀ ਬਾਲਾ ਸੰਦਰ ਵਾਚਾ ਚੌਪਈ। ਸ੍ਰੀ ਅੰਗਦ ਸੁਨ ਕਥਾ ਅਗਾਰੇ। ਭਾਈ ਬਾਲਾ ਜੀ ਕਹਿਣ ਲੱਗੇ, ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਅਗਲੀ ਪਵਿੱਤਰ ਕਥਾ ਉਹ ਵੀ ਸੁਣਨਾ ਕਰੋ। ਸਨ ਦੇਖਾ ਸੇ ਸੰਤ ਸਿਧਾਰੇ। ਜਿਹੜੇ ਸੰਤ ਜੰਗਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਹੋਏ ਸੀ ਤੇ ਇੱਥੇ ਐਮਨਾਬਾਦ ਨਾਲ ਹੀ ਆ ਗਏ ਸਨ। ਜਦੋਂ ਬਾਬਰ ਦੀ ਸੈਨਾ ਫੌਜ ਆਈ, ਉਹ ਫੌਜ ਨੂੰ ਦੇਖ ਕੇ ਉਹ ਸਾਰੇ ਸੰਤ ਤੇ ਚਲੇ ਗਏ। ਸ੍ਰੀ ਗੁਰ ਬੈਸ ਰਹੇ ਤਿਹ ਥਾਨਾ। ਪਰ ਗੁਰੂ ਨਾਨਕ ਸਾਹਿਬ ਜੀ ਰੋੜੀ ਸਾਹਿਬ ਵਾਲੇ ਸਥਾਨ ਤੇ ਐਮਨਾਬਾਦ ਸ਼ਹਿਰ ਤੋਂ ਬਾਹਰ ਜਿੱਥੇ ਪਹਿਲਾਂ ਬੈਠੇ ਸੀ ਉੱਥੇ ਹੀ ਬੈਠੇ ਰਹੇ, ਕਿਉਂਕਿ ਗੁਰੂ ਸਾਹਿਬ ਜੀ ਨੂੰ ਕਿਸੇ ਦਾ ਡਰ ਨਹੀਂ ਹੈ, ਨਿਰਭਉ ਮਹਾਰਾਜ ਹੈ। ਪੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਗੁਰੂ ਮਹਾਰਾਜ ਤੇ ਨਾ ਕਿਸੇ ਦਾ ਭੈ ਮੰਨਦੇ ਹੈ, ਨਾ ਕਿਸੇ ਨੂੰ ਦਿੰਦੇ ਹੈ। ਕਾਹਦਾ ਭੈ? ਜਿਹੜੇ ਸਰੀਰ ਤੋਂ ਪਰੇ ਹੈ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ। ਉਹ ਤੇ ਸਾਨੂੰ ਡਰ ਹੈ। ਜਿਨ੍ਹਾਂ ਨੇ ਸਰੀਰ ਨੂੰ ਮੰਨਿਆ ਹੋਇਆ, ਮੈਨੂੰ ਕੋਈ ਮਾਰੇਗਾ, ਸੱਟ ਲੱਗੇਗੀ, ਦਰਦ ਹੋਏਗੀ, ਬ੍ਰਹਮ ਗਿਆਨੀਆਂ ਨੂੰ ਕੋਈ ਡਰ ਨਹੀਂ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਪਰਮੇਸ਼ਰ ਹੈ। ਬਾਬਰ ਦੀ ਕੀ ਹਿੰਮਤ ਹੈ ਕੁਝ ਕਰ ਜਾਏ। ਮਹਾਰਾਜ ਜੀ ਉਸੇ ਥਾਂ ਤੇ ਬੈਠੇ ਰਹੇ ਹੈ। ਇੱਕ ਮੈਂ ਸੰਗ ਦਿੱਤੀ ਮਰਦਾਨਾ। ਭਾਈ ਬਾਲਾ ਜੀ ਕਹਿੰਦੇ, ਗੁਰੂ ਅੰਗਦ ਦੇਵ ਸਾਹਿਬ ਜੀ ਇੱਕ ਤੇ ਮੈਂ ਨਾਲ ਭਾਈ ਬਾਲਾ, ਦੂਸਰਾ ਭਾਈ ਮਰਦਾਨਾ ਸੀ। ਤਿਹ ਸ਼ਨ ਏਕ ਮੁਗਲ ਚਲ ਆਇਓ। ਅਸੀਂ ਤਿੰਨੇ ਨਹੀਂ ਕਿਸੇ ਪਾਸੇ ਗਏ। ਉਸੇ ਸਮੇਂ ਇੱਕ ਮੁਗਲ ਜਿਹੜਾ ਹੈ ਉਹ ਸਾਨੂੰ ਵੇਖ ਕੇ ਤੇ ਸਾਡੇ ਕੋਲ ਚੱਲ ਕੇ ਆ ਗਿਆ। ਹਮਹਿ ਦੇਖ ਨਿਜ ਦਾਸ ਬੁਲਾਇਓ। ਸਾਨੂੰ ਵੇਖ ਕੇ ਉਹ ਫੌਜ ਦੇ ਸਰਦਾਰ ਨੇ ਆਪਣੇ ਨੌਕਰਾਂ ਨੂੰ ਬੁਲਾਇਆ। ਤਿਹ ਸੋ ਕਹਿ ਨਾ ਲੱਗਿਓ ਬਚ ਐਸੇ। ਤੇ ਉਹਨੇ ਆਪਣੇ ਨੌਕਰਾਂ ਨੂੰ ਬੁਲਾ ਕੇ ਇਸ ਤਰ੍ਹਾਂ ਦੇ ਬਚਨ ਕਹਿਣ ਲੱਗਿਆ, ਫੌਜ ਦਾ ਸਰਦਾਰ। ਇਹ ਮਾਨਵ ਤੀਨ ਜੇ ਬਸੇ। ਕਹਿਣ ਲੱਗਾ, ਵੇਸ਼ ਪਾਇਓ, ਆ ਜਿਹੜੇ ਤਿੰਨ ਮਨੁੱਖ ਇੱਥੇ ਬੈਠੇ ਹੋਏ ਆ ਨਿਡਰ ਹੋ ਕੇ, ਸਿਰ ਬੋਝੇ ਧਰ ਕਰਹੁ ਨਾ ਦੇਰੇ। ਐਵੇਂ ਇਹਨਾਂ ਦੇ ਸਿਰਾਂ ਦੇ ਉੱਪਰ ਬੋਝੇ ਰੱਖ ਦਿਓ। ਬੋਝੇ ਭਾਵ ਭਾਰ, ਪੰਡਾਂ ਭਾਰੀਆਂ ਉਹ ਰੱਖ ਦਿਓ, ਦੇਰੀ ਨਾ ਕਰੋ। ਜਹਾਂ ਲੈ ਚੱਲੀਏ ਇਹਨਾਂ ਕੋ ਡੇਰੇ। ਤੇ ਇਹਨਾਂ ਨੂੰ ਫੜ ਕੇ ਜਿੱਥੇ ਆਪਣਾ ਕੈਂਪ ਹੈ, ਸਾਰੇ ਸਿਪਾਹੀ ਬੈਠੇ ਹੋਏ, ਉਸ ਡੇਰੇ ਵਿੱਚ ਲੈ ਚੱਲੀਏ। ਤਿਨ ਉਠਾਏ ਕਰ ਲੀਨ ਅਗਾਰੀ। ਇਸ ਤਰ੍ਹਾਂ ਕਹਿ ਕਰਕੇ ਮਹਾਰਾਜ ਜੀ ਉਹਨਾਂ ਸਿਪਾਹੀਆਂ ਨੇ ਜਿਹੜਾ ਸਾਨੂੰ ਐਵੇਂ ਭਾਰ ਚੁਕਾ ਦਿੱਤੇ ਹੈ ਤੇ ਅੱਗੇ ਅੱਗੇ ਲਾ ਲਿਆ ਹੈ। ਧਰੇ ਸੀਸ ਪਰ ਭਾਰ ਜੇ ਭਾਰੀ। ਐਵੇਂ ਕਹਿੰਦੇ ਜਿਹੜੇ ਭਾਰ ਪੰਡਾਂ ਸਨ, ਬੋਝੇ ਜਿਨ੍ਹਾਂ ਵਿੱਚ ਕਾਫੀ ਸਮਾਨ ਸੀ, ਉਹ ਭਾਰੀਆਂ ਭਾਰੀਆਂ ਪੰਡਾਂ ਸਾਡੇ ਸੀਸ ਦੇ ਉੱਪਰ ਰੱਖ ਦਿੱਤੀਆਂ। ਮਰਦਾਨੇ ਕੋ ਅਸ ਪਕਰਾਵਾ। ਮੈਨੂੰ ਕਹਿੰਦੇ ਇੱਕ ਪੰਡ ਚੁਕਾ ਦਿੱਤੀ ਹੈ ਤੇ ਭਾਈ ਮਰਦਾਨੇ ਦੇ ਹੱਥ ਵਿੱਚ ਘੋੜਾ ਪਕੜਾ ਦਿੱਤਾ, ਬੜਾ ਚੰਚਲ। ਮੈਂ ਇੱਕ ਬੋਝਾ ਸੀਸ ਉਠਾਵਾ। ਇੱਕ ਜਿਹੜਾ ਬੋਝਾ ਕਹੀਏ ਭਾਰ ਪੰਡ ਦਾ, ਉਹ ਕਹਿੰਦੇ ਭਾਈ ਬਾਲਾ ਮੈਂ ਚੁੱਕ ਲਿਆ, ਉਠਾ ਲਿਆ। ਸ੍ਰੀ ਪ੍ਰਭ ਕੇ ਸਿਰ ਧਰਨੇ ਲਾਗੇ। ਜੋ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਹੈ, ਇੱਕ ਪੰਡ ਦਾ ਭਾਰ ਸਤਿਗੁਰੂ ਜੀ ਦੇ ਸਿਰ ਉੱਪਰ ਰੱਖਣ ਲੱਗੇ ਐ। ਮਹਿਮਾ ਲਖ ਹੈ ਨਾ ਮੂੜ ਕੁਭਾਗੇ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਏਡੇ ਖੋਟੇ ਭਾਗਾਂ ਵਾਲੇ ਮੁਗਲ ਹੈ, ਮੂਰਖ ਹੈ, ਮਹਾਰਾਜ ਦੀ ਮਹਿਮਾ ਨਹੀਂ ਜਾਣ ਸਕੇ ਵੀ ਇਹਦੇ ਪਰਮੇਸ਼ਰ ਰੂਪ ਹੈ, ਇਹਨਾਂ ਦੇ ਉੱਪਰ ਕੀ ਪੰਡ ਰੱਖਣੀ ਹੈ, ਕੀ ਚੁਕਾਉਣਾ, ਜਾਣ ਨਹੀਂ ਸਕੇ। ਉਹ ਐਵੇਂ ਹੁੰਦਾ ਨਾ ਨੌਕਰੀ ਦਾ ਸਰੂਰ,
ਆ ਜਿਵੇਂ ਕਈ ਥਾਣਿਆਂ ਵਿੱਚ ਵੀ ਇਹੋ ਜਿਹੇ ਹੁੰਦੇ ਬੈਠੇ ਉੱਥੇ, ਉਹ ਨਹੀਂ ਵੇਖਦੇ ਵੀ ਇਹ ਗੁਰੂ ਦਾ ਸਿੱਖ ਹੈ, ਇਹਦੀ ਭਗਤੀ ਹੋਏਗੀ, ਸਿਮਰਨ ਹੋਏਗਾ, ਬਾਅਦ ਵਿੱਚ ਔਖੇ ਹੋਵਾਂਗੇ ਇਹੋ ਜਿਹੀ ਚੜ੍ਹੋ ਖਤੀਆਂ ਕਰਕੇ। ਉਹ ਬੋਲੀ ਜਮਾਂ ਹੀ ਆਪਣੀ ਮਾੜੀ ਬੋਲਦੇ ਹੈ। ਆ ਸੰਤ ਗਿਆਨ ਦੇਵ ਜੀ ਹੈ, ਨਿਰਮਲੇ ਸੰਤ ਮਹਾਂਪੁਰਖ, ਉਹਨਾਂ ਦਾ ਕੋਈ ਮਸਲਾ ਪੈ ਗਿਆ ਅਤੇ ਉਹ ਜਿਹੜਾ ਵਕੀਲ ਹੈ, ਦਾੜੀ ਦੂੜੀ ਨੇ ਚੰਗੀ ਤਰ੍ਹਾਂ ਕੱਟੀ ਬਣਾਈ ਹੈ ਅਤੇ ਉਂਝ ਉਹ ਸਿੰਘ ਬਣਿਆ ਫਿਰਦਾ ਸੀ। ਉਹ ਕਚਹਿਰੀ ਵਿੱਚ ਮਹਾਂਪੁਰਸ਼ ਗਏ ਅਤੇ ਉਹਨਾਂ ਨੂੰ ਪੁੱਠਾ ਹੀ ਉਹ ਬੋਲੇ। ਆ ਮਹੀਨੇ ਡੇਢ ਮਹੀਨੇ ਦੀ ਗੱਲ ਹੈ। ਉਹਨੂੰ ਕਾਹਦਾ ਸਰੂਰ ਹੈ ਵੀ ਮੈਂ ਵਕੀਲ ਹਾਂ। ਕਈ ਥਾਣੇ ਵਿੱਚ ਬੈਠੇ ਪੁਲਿਸ ਵਾਲਿਆਂ ਨੂੰ ਬੜਾ ਸਰੂਰ ਹੁੰਦਾ ਇਹ ਗੱਲ ਦਾ ਕਿ ਅਸੀਂ ਪਤਾ ਨਹੀਂ ਕੀ ਕਰ ਦੇਣਾ ਹੈ, ਪਰ ਇਹ ਨਹੀਂ ਸਾਧ ਸੰਗਤ ਜੀ ਪਤਾ ਵੀ ਇੱਥੇ ਦੇ 30-35 ਹਜ਼ਾਰ ਦੀ ਨੌਕਰੀ ਹੈ ਅਤੇ ਇੰਨੀ ਹਕੂਮਤ ਹੈ, ਪਰ ਜਿੱਥੇ ਉਹਨਾਂ ਮਹਾਂਪੁਰਸ਼ਾਂ ਗੁਰਮੁਖਾਂ ਦੀ ਚੱਲਣੀ ਹੈ ਉੱਥੇ ਦੇ ਕੁੱਖ ਨਹੀਂ ਚੱਲਣਾ ਆਪਣਾ। ਉੱਥੇ ਫਿਰ ਇਹਨਾਂ ਗੱਲਾਂ ਦੀ ਮਾਰ ਪੈਂਦੀ ਹੈ। ਚਲੋ ਜਿਹੜੀ ਨੌਕਰੀ ਹੈਗੀ ਹੈ, ਪਰ ਕਾਹਨੂੰ ਆਪਣੀ ਹਕੂਮਤ ਕਿਸੇ ਮਹਾਂਪੁਰਸ਼ ਗਿਆਨੀ ਨੂੰ ਦਿਖਾਉਣੀ ਹੈ। ਗੁਰੂ ਕੇ ਜਿਹੜੇ ਸਿੱਖ ਭਗਤ ਹੈ, ਵੇਖ ਦੇਖ ਲੈਣਾ ਚਾਹੀਦਾ ਅਗਲੇ ਦੀ ਭਗਤੀ ਵਾਲਾ ਕਿਹੜਾ ਪੁਰਸ਼ ਹੈ। ਹਕੂਮਤ ਨਹੀਂ ਚਲਾਉਣੀ ਚਾਹੀਦੀ। ਇਸੇ ਤਰ੍ਹਾਂ ਹੁਣ ਬਾਬਰ ਦੇ ਜਿਹੜੇ ਸਿਪਾਹੀ ਹੈ, ਉਹਨਾਂ ਨੂੰ ਕੀ ਪਤਾ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ। ਅਤੇ ਭਾਈ ਬਾਲਾ ਜੀ ਇੱਥੇ ਕਹਿ ਰਹੇ ਆ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਵੇਖੋ, ਖੋਟਿਆਂ ਭਾਗਾਂ ਵਾਲੇ ਮੁਗਲ ਮੂਰਖ ਗੁਰੂ ਸਾਹਿਬ ਜੀ ਦੀ ਮਹਿਮਾ ਨਹੀਂ ਜਾਣਦੇ, ਅਤੇ ਪੰਡ ਭਾਰ ਵਾਲੇ ਕਹਿੰਦੇ ਆ ਵੀ ਸੀਸ ਉੱਪਰ ਰੱਖ ਲਓ, ਚੁੱਕ ਲਓ। ਦੋਹਰਾ ਏਕ ਹਾਥ ਉੱਚੀ ਰਹੀ। ਪਰ ਪਰਮੇਸ਼ਰ ਵਾਹਿਗੁਰੂ ਮਹਾਰਾਜ ਦੀ ਐਸੀ ਕਿਰਪਾ, ਕਹਿੰਦੇ ਉਹ ਜਿਹੜੀ ਪੰਡ ਸਤਿਗੁਰ ਜੀ ਦੇ ਸੀਸ ਉੱਪਰ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਉਹ ਇੱਕ ਹੱਥ ਉੱਚੀ ਰਹੀ ਹੈ, ਪੰਡ ਸੀਸ ਉੱਪਰ ਨਹੀਂ ਰੱਖੀ ਗਈ। ਭਾਵ ਉਹ ਪੰਡ 1.5 ਫੁੱਟ ਉੱਚੀ ਰਹਿ ਰਹੀ ਹੈ। ਉੱਪਰ ਸੀਸ ਟਿਕੀ ਨਾ, ਸੀਸ ਦੇ ਉੱਪਰ ਟਿਕੀ ਨਹੀਂ ਹੈ। ਜਿਵੇਂ ਸ੍ਰੀ ਹਰਿਮੰਦਰ ਸਾਹਿਬ ਜਦੋਂ ਕੜ ਤੋੜਨ ਪਰਮੇਸ਼ਰ ਆਪ ਆਏ ਸੀ, ਦੇਵੀ ਦੇਵਤੇ ਸੇਵਾ ਕਰ ਰਹੇ ਸਨ, ਅਤੇ ਇੱਕ ਹੱਥ ਜਿਹੜੀਆਂ ਸੀਸ ਤੋਂ ਉੱਪਰੋਂ ਟੋਕਰੀਆਂ ਦੇ ਚੱਲਦੀਆਂ ਸਨ। ਭਾਵ ਸਿਆਣਿਆਂ ਨੇ ਦੱਸਿਆ ਵੀ 1.5 ਫੁੱਟ ਨੂੰ ਇੱਕ ਹੱਥ ਕਿਹਾ ਜਾਂਦਾ। ਇਵੇਂ ਪੰਡਾਂ ਇੱਕ ਹੱਥ ਉੱਚੀਆਂ ਰਹੀਆਂ ਸਨ, ਸੀਸ ਉੱਪਰ ਨਹੀਂ ਟਿਕੀਆਂ। ਚੱਲੇ ਸੰਗ ਸਹਜੇ ਪ੍ਰਭੂ, ਗੁਰੂ ਸਾਹਿਬ ਜੀ ਉਹਨਾਂ ਸਿਪਾਹੀਆਂ ਦੇ ਨਾਲ ਸੁੱਤੇ ਸਿੱਧੀ ਚੱਲ ਪਏ। ਜਹਾਂ ਡੇਰਾ ਤੇ ਹਕੀਨਾ, ਜਿੱਥੇ ਇਹਨਾਂ ਮੁਗਲਾਂ ਨੇ ਆਪਣਾ ਡੇਰਾ ਕੀਤਾ ਸੀ, ਕੈਂਪ ਲਾਇਆ ਹੋਇਆ ਸੀ। ਚੌਪਈ ਜਬ ਹੀ ਗਮਨੇ ਪੰਥ ਮਝਾਰੀ, ਜਦੋਂ ਹੀ ਸਤਿਗੁਰੂ ਜੀ ਰਸਤੇ ਵਿੱਚ ਚੱਲੇ ਜਾ ਰਹੇ ਸਨ। ਹਮ ਦੋਨੋਂ ਚੱਲ ਜਾਹੇ ਪਿਛਾਰੀ। ਭਾਈ ਬਾਲਾ ਜੀ ਕਹਿ ਰਹੇ ਆ ਵੀ ਮੈਂ ਤੇ ਭਾਈ ਮਰਦਾਨਾ ਪਿੱਛੇ ਹੀ ਸਤਿਗੁਰੂ ਜੀ ਦੇ ਚੱਲੇ ਜਾਂਦੇ ਸਾਂ। ਬੋਲੇ ਬਚਨ ਸਨਹਾ ਮਰਦਾਨਾ, ਬਚਨ ਬੋਲੇ ਹੈ ਗੁਰੂ ਸਾਹਿਬ ਜੀ ਉਸ ਵੇਲੇ, ਭਾਈ ਮਰਦਾਨਾ ਸਾਡਾ ਬਚਨ ਸੁਣੋ। ਅਬਹਿ ਰਬਾਬ ਬਜਾਓ ਸੁਹਾਨਾ, ਜਿਹੜਾ ਸੋਹਣਾ ਰਬਾਬ ਹੈ ਸੋਹਣੇ ਤਾਲ ਵਿੱਚ ਕਰਕੇ ਵਜਾਓ। ਰੱਬ ਜੀ ਕਿਸ ਬਿਦ ਤਾਰ ਬਜਾਵੋ। ਭਾਈ ਮਰਦਾਨਾ ਬੋਲਿਆ ਮਹਾਰਾਜ ਜੀ ਕਿਸ ਤਰ੍ਹਾਂ ਮੈਂ ਜਿਹੜਾ ਹੈ ਰਬਾਬ ਨੂੰ ਛੇੜ ਕੇ, ਤਾਰ ਨੂੰ ਛੇੜ ਕੇ ਰਬਾਬ ਵਜਾਵਾਂ। ਹੱਥ ਵਿਖਾ ਪਕੜੇ ਅਸ ਲਿਆਵੋ, ਹੱਥ ਵਿੱਚ ਤੇ ਜਿਹੜਾ ਇਹਨਾਂ ਨੇ ਘੋੜਾ ਫੜਾਇਆ ਉਹ ਫੜ ਕੇ ਲੈ ਕੇ ਆ ਰਿਹਾ ਹਾਂ। ਅਤ ਚੰਚਲ ਕੂਦਤ ਸੋ ਆਵਤ, ਮਹਾਰਾਜ ਇਹ ਘੋੜਾ ਬੜਾ ਚੰਚਲ ਹੈ, ਕੁੱਦਦਾ ਆਉਂਦਾ, ਛਾਲਾਂ ਮਾਰਦਾ ਪਿੱਛੇ ਆਉਂਦਾ ਹੈ। ਮਹਾਬਲੀ ਕਰ ਜੋਰ ਥਮਾਵਤ, ਬਹੁਤ ਬਲੀ ਹੈ ਅਤੇ ਜ਼ੋਰ ਨਾਲ ਹੀ ਸਤਿਗੁਰੂ ਜੀ ਨੂੰ ਸੰਭਾਲਿਆ ਹੋਇਆ ਇਸ ਘੋੜੇ ਨੂੰ ਮੈਂ। ਜੇ ਛੁੱਟ ਜਾਏ ਤਾਏ ਕਿਤ ਜਾਈ, ਜੇ ਕਿਤੇ ਛੁੱਟ ਜਾਏਗਾ ਤੇ ਦੌੜ ਜਾਏਗਾ ਕਿਸੇ ਪਾਸੇ। ਮੁਗਲ ਮਾਰ ਹੈ ਮੇਰੇ ਤਾਈ, ਮਹਾਰਾਜ ਆ ਜਿਹੜੇ ਮੁਗਲ ਨਾਲ ਆ ਰਹੇ ਇਹ ਮੇਰੇ ਤਾਈਂ ਭਾ ਮੈਨੂੰ ਮਾਰਨਗੇ। ਵਾਹਿਗੁਰੂ ਮੁਖ ਨਾਮ ਉਚਾਰੀ, ਗੁਰੂ ਸਾਹਿਬ ਜੀ ਕਹਿਣ ਲੱਗੇ ਮਰਦਾਨਿਆ ਤੂੰ ਫਿਕਰ ਨਾ ਕਰ,
ਮੁਖੋਂ ਵਾਹਿਗੁਰੂ ਵਾਹਿਗੁਰੂ ਉਚਾਰ। ਛੋਡੋ ਬਾਜ ਸੋ ਆਏ ਪਿਛਾਰੀ। ਇਹ ਘੋੜੇ ਨੂੰ ਤੂੰ ਛੱਡ ਦੇ, ਆਪੇ ਹੀ ਤੇਰੇ ਪਿੱਛੇ ਪਿੱਛੇ ਆਏਗਾ। ਸੁਨ ਰਜਾਏ ਕੋ ਸ਼ੋਰਿਓ ਬਾਜਾ। ਇਹ ਮੈਂ ਗੁਰੂ ਸਾਹਿਬ ਜੀ ਦੀ ਆਗਿਆ ਸੁਣ ਕੇ ਤੇ ਬਾਜ ਛੱਡਿਆ ਹੈ। ਬਾਜ ਗੁਰੂ ਸਾਹਿਬ ਜੀ ਦੀ ਆਗਿਆ ਸੁਣ ਕੇ ਭਾਈ ਮਰਦਾਨਾ ਜੀ ਨੇ ਘੋੜੇ ਨੂੰ ਛੱਡ ਦਿੱਤਾ। ਲੱਗਿਓ ਬਜਾਵਨ ਆਨ ਬਾਜਾ। ਤੇ ਜਿਹੜਾ ਹੈ ਰਬਾਬ ਹੈ ਉਸ ਨੂੰ ਭਾਈ ਮਰਦਾਨਾ ਵਜਾਉਣ ਲੱਗ ਪਿਆ। ਤਿਹ ਛਿਨ ਸ੍ਰੀ ਪ੍ਰਭ ਊਚ ਉਚਾਰੀ। ਲੱਗਿਓ ਬਜਾਵਣ ਆਪਣੋ ਬਾਜਾ। ਆਨੋ ਪਾਠ ਨਹੀਂ ਤੇ ਸ਼ੁੱਧ ਪਾਠ ਆਪਣੋ। ਆਪਣਾ ਜਿਹੜਾ ਰਬਾਬ ਹੈ ਉਸ ਨੂੰ ਭਾਈ ਮਰਦਾਨਾ ਵਜਾਉਣ ਲੱਗ ਪਿਆ। ਤਿਹ ਛਿਨ ਸ੍ਰੀ ਪ੍ਰਭ ਊਚ ਉਚਾਰੀ। ਉਸ ਸਮੇਂ ਗੁਰੂ ਸਾਹਿਬ ਜੀ ਚੱਲਦੇ ਜਾ ਰਹੇ ਸਨ ਤੇ ਗੁਰੂ ਮਹਾਰਾਜ ਜੀ ਨੇ ਉਚਾਰਨ ਕੀਤਾ। ਕੀਨਾ ਸ਼ਬਦ ਸੋ ਰਾਗ ਮਝਾਰੀ। ਆਸਾ ਰਾਗ ਦੇ ਵਿੱਚ ਤੁਰਕੀ ਬਾਣੀ ਦਾ ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ। ਆਸਾ ਮਹੱਲਾ ਪਹਿਲਾ। ਖੁਰਾਸਾਨ ਖਸਮਾਨਾ ਕੀਆ। ਪਰਮੇਸ਼ਰ ਦੇ ਅੱਗੇ ਸਤਿਗੁਰੂ ਜੀ ਬੇਨਤੀ ਕਰਦੇ ਹੋਏ ਇਹ ਜਿਹੜਾ ਸ਼ਬਦ ਉਚਾਰਨ ਕਰ ਰਹੇ ਹੈ ਵੀ ਹੇ ਪਰਮੇਸ਼ਰ, ਹੇ ਮਹਾਰਾਜ, ਜੋ ਖੁਰਾਸਾਨ ਹੈ ਭਾਵ ਕਾਬਲ, ਜਿਸ ਨੂੰ ਲਿਖਿਆ ਵੀ ਇੱਕ ਦੇਸ਼ ਜੋ ਈਰਾਨ ਦੇ ਪੂਰਬ ਵੱਲ ਅਫਗਾਨਿਸਤਾਨ ਦੇ ਪੱਛਮ ਵੱਲ ਹੈ, ਉਹਨੂੰ ਖੁਰਾਸਾਨ ਆਖਿਆ ਜਾਂਦਾ ਹੈ। ਇਹ ਕਾਬਲ ਦੇ ਇਲਾਕੇ ਨੂੰ ਵੀ ਜੋ ਹੈ ਮਹਾਰਾਜ, ਜੋ ਕਾਬਲ ਦੇ ਲੋਕ ਹੈ ਭਾਵ ਬਾਬਰ ਹੋਣੀ ਹੈ, ਉਹਨਾਂ ਕਾਬਲੀਆਂ ਦਾ ਤੁਸਾਂ ਨੇ ਬੜਾ ਪੱਖ ਕੀਤਾ ਹੈ। ਹਿੰਦੁਸਤਾਨ ਡਰਾਇਆ। ਤੇ ਉਹ ਬਾਬਰ ਇੱਥੇ ਹਿੰਦੁਸਤਾਨ ਵਿੱਚ ਆ ਕੇ ਉਸ ਨੇ ਇਹਨਾਂ ਲੋਧੀ ਪਠਾਣਾਂ ਨੂੰ, ਐਮਨਾਬਾਦ ਵਿੱਚ ਰਹਿਣ ਵਾਲੇ ਹਿੰਦੂਆਂ ਨੂੰ, ਬ੍ਰਾਹਮਣਾਂ ਨੂੰ, ਹੋਰ ਉੱਚੀ ਨੀਵੀਂ ਜਾਤੀ ਵਾਲਿਆਂ ਨੂੰ ਮਾਰ ਕੇ ਕੁੱਟ ਕੇ ਬੜਾ ਡਰਾਇਆ ਧਮਕਾਇਆ। ਆਪਾ ਦੋਸ ਨਾ ਦੇਈ ਕਰਤਾ। ਹੇ ਪਰਮੇਸ਼ਰ, ਤੇਰੀ ਲੀਲਾ ਹੈ ਕਿ ਤੂੰ ਆਪਣੇ ਆਪ ਨੂੰ ਕਰਤਾ ਪਰਮੇਸ਼ਰ ਕਦੀ ਦੋਸ਼ ਨਹੀਂ ਦਿੰਦਾ ਹੈ। ਜਮ ਕਰ ਮੁਗਲ ਚੜਾਇਆ। ਤੇ ਇਹ ਜਿਹੜਾ ਬਾਬਰ ਮੁਗਲ ਹੈ, ਇਹਨੂੰ ਜਮਦੂਤ ਕਰਕੇ ਐਮਨਾਬਾਦੀ ਲੋਕਾਂ 'ਤੇ ਚੜਾਇਆ ਹੈ। ਜਿਵੇਂ ਜਮਦੂਤ ਬੜਾ ਮਾਰਦੇ, ਕੁੱਟਦੇ, ਪਰੇਸ਼ਾਨ ਕਰਦੇ, ਸਜ਼ਾਵਾਂ ਦਿੰਦੇ, ਇਸੇ ਤਰ੍ਹਾਂ ਇਹ ਮੁਗਲ ਜਿਹੜੇ ਹੈ ਐਮਨਾਬਾਦ ਦੇ ਪਠਾਣਾਂ ਨੂੰ, ਇੱਥੇ ਰਹਿਣ ਵਾਲੇ ਹਰ ਲੋਕਾਂ ਨੂੰ ਕੁੱਟ ਮਾਰੇ, ਬੜੀ ਤਾੜਨਾ ਕਰ ਰਹੇ ਜਮ ਵਾਂਗ। ਜਿਸ ਕਰਕੇ ਮਹਾਰਾਜ ਜੀ ਨੇ ਕਿਹਾ ਵੀ ਇਹ ਜਿਹੜਾ ਮੁਗਲ ਬਾਬਰ ਹੈ, ਇਸੇ ਤਰ੍ਹਾਂ ਇਹਦੀ ਜਿਹੜੀ ਫੌਜ ਮੁਗਲ ਹੈ, ਉਹਨਾਂ ਮੁਗਲਾਂ ਨੂੰ ਤੁਸਾਂ ਨੇ ਜਮਦੂਤ ਕਰਕੇ ਐਮਨਾਬਾਦੀ ਪਠਾਨਾਂ ਦੇ ਚੜਾਇਆ ਹੈ। ਏਤੀ ਮਾਰ ਪਈ ਕਰ ਲਾਣਾ। ਇਹ ਪਰਮੇਸ਼ਰ ਇੰਨੀ ਮਾਰ ਇਹਨਾਂ ਪਠਾਨਾਂ ਦੇ ਤਾਈਂ ਪਈ ਹੈ ਤਾਂ ਕੀ ਦਰਦ ਨਾ ਆਇਆ। ਇੰਨੀ ਮਾਰ ਪਈ ਹੈ ਤੇ ਕਰਲਾਉਂਦੇ ਹੈ। ਹੇ ਪਰਮੇਸ਼ਰ, ਤੈਨੂੰ ਤੈਂ ਕਿ ਆਪ ਜੀ ਨੂੰ ਇਹਨਾਂ ਦੇ ਤਾਈਂ ਭੋਰਾ ਮਾਤਰ ਵੀ ਥੋੜਾ ਦਰਦ ਨਹੀਂ ਆਇਆ। ਕਰਤਾ ਤੂੰ ਸਭਨਾ ਕਾ ਸੋਈ। ਫੇਰ ਕਹਿੰਦੇ ਹੇ ਕਰਤਾਰ ਪਰਮੇਸ਼ਰ, ਤੂੰ ਤੇ ਸਭਨਾ ਦਾ ਹੀ ਹੈ, ਅਮੀਰਾਂ ਗਰੀਬਾਂ ਕੰਗਾਲਾਂ ਦਾ ਸਭ ਦਾ ਤੂੰ ਤੇ ਰਾਖਾਂ ਹੈ, ਸਭ ਦਾ ਭਲਾ ਹੀ ਕਰਦਾ ਹੈ। ਜੇ ਸਕਤਾ ਸਕਤੇ ਕੋ ਮਾਰੇ। ਅਸੀਂ ਤੇ ਕਹਿੰਦੇ ਆ ਵੀ ਜੇ ਸਕਤਾ ਬਲ ਵਾਲਾ ਤਗੜਾ ਪੁਰਸ਼ ਜ਼ੋਰ ਵਾਲਾ ਜ਼ੋਰ ਵਾਲੇ ਨੂੰ ਮਾਰੇ। ਤਾ ਮਨ ਦੋਸ ਨਾ ਹੋ, ਤਾ ਮਨ ਰੋਸ ਨਾ ਹੋਈ। ਤਾਂ ਦੇ ਪਰਮੇਸ਼ਰ ਤੇਰੇ ਮਨ ਵਿੱਚ ਰੋਸ ਨਹੀਂ ਹੁੰਦਾ। ਜੇ ਤਗੜਾ ਬੰਦਾ ਤਗੜੇ ਨੂੰ ਮਾਰੇ ਫਿਰ ਤੈਨੂੰ ਗੁੱਸਾ ਨਹੀਂ ਆਉਂਦਾ ਵੀ ਚਲੋ ਕੋਈ ਨਹੀਂ ਹੈ, ਉਹ ਵੀ ਬਰਾਬਰ ਦਾ ਹੀ ਸੀ ਜਿਹਨੂੰ ਮਾਰਿਆ ਹੈ। ਰਹਾਉ ਸਕਤਾ ਸੀਹੋ ਮਾਰੇ ਪੈ ਵਗੈ। ਇਹ ਪਰਮੇਸ਼ਰ ਪਰ ਜੇ ਸਕਤਾ ਸੀਹੋ ਭਾਵ ਜੇ ਜ਼ੋਰ ਵਾਲਾ ਸ਼ੇਰ ਸਾਰਦੂਲ ਤੇ ਵਗੈ, ਗਊਆਂ ਦੇ ਵੱਗ ਤੇ ਪੈ ਕੇ ਉਹਨਾਂ ਨੂੰ ਮਾਰੇ ਖਾਵੇ। ਖਸਮੈ ਸਾ ਪੁਰਸਾਈ। ਫਿਰ ਉਹਨਾਂ ਗਾਹਾਂ ਦਾ ਜਿਹੜਾ ਗਊਆਂ ਦਾ ਮਾਲਕ ਖਸਮ ਹੈ ਚਰਵਾਹਾ,
ਉਹ ਪੁਰਸ਼ਾਈ ਕਰਦਾ ਹੈ, ਉਹ ਬਲਤਾਈ ਕਰਦਾ ਹੈ ਵੀ ਉਹ ਦੌੜ ਕੇ ਫਿਰ ਸ਼ੇਰ ਦੇ ਪਿੱਛੇ ਮਾਰ ਲਈ ਭੱਜਦਾ ਹੈ। ਰਤਨ ਵਿਗਾੜ ਵਿਗੋਏ ਕੁੱਤੀ। ਇਹ ਜਿਹੜੇ ਕੁੱਤਿਆਂ ਦੀ ਨਿਆਈ ਪਠਾਨ ਹੈ ਐਮਨਾਬਾਦ ਦੇ, ਇਹਨਾਂ ਨੇ ਜੋ ਅਮੋਲਕ ਰਤਨ ਦੀ ਨਿਆਈ ਅਮੋਲਕ ਮਨੁੱਖਾ ਜਨਮ ਸੀ, ਉਹਨੂੰ ਇਹ ਵਿਗਾੜ ਕੇ ਖਰਾਬ ਹੋਏ ਪਏ, ਖਰਾਬ ਹੀ ਕੀਤਾ ਇਹਨਾਂ ਨੇ ਮਨੁੱਖਾ ਅਮੋਲਕ ਰਤਨ ਜਨਮ। ਮੋਇਆ ਸਾਰ ਨਾ ਕਾਈ। ਹੁਣ ਕੁੱਤਿਆਂ ਦੀ ਨਿਆਈ ਇਹ ਮਰੇ ਪਏ ਹੈ ਤੇ ਇਹਨਾਂ ਨੂੰ ਖਬਰ ਨਹੀਂ ਹੈ ਵੀ ਕਿੱਥੇ ਮਰੇ ਪਏ ਹੈ, ਤੇ ਜਾਂ ਮੋਇਆ ਸਾਰ ਨਾ ਕਾਈ, ਇਹਨਾਂ ਮਰਿਆਂ ਹੋਇਆਂ ਦੀ ਕੋਈ ਸਾਰ ਨਹੀਂ ਲੈ ਰਿਹਾ, ਖਬਰ ਨਹੀਂ ਲੈ ਰਿਹਾ ਵੀ ਕਿੰਨੇ ਕੁ ਮਰ ਖਪ ਗਏ ਹਨ। ਆਪੇ ਜੋੜ ਵਿਛੋੜੇ ਆਪੇ। ਇਹ ਖੁਦਾ ਪਰਮੇਸ਼ਰ ਤੂੰ ਆਪੇ ਜੋੜਦਾ, ਸੰਬੰਧ ਕਰਾਉਂਦਾ ਜੀਵਾਂ ਦੇ, ਆਪੇ ਵਿਛੋੜ ਦੇਣਾ, ਵੱਖਰੇ ਵੱਖਰੇ ਕਰ ਦਿੰਦਾ ਹੈ। ਵੇਖ ਤੇਰੀ ਵਡਿਆਈ। ਤੇਰੀ ਜੋ ਇਹ ਵਡਿਆਈ ਹੈ ਗੁਰੂ ਸਾਹਿਬ ਪਰਮਾਤਮਾ, ਅਸੀਂ ਤੇ ਇਹਨਾਂ ਨੇਤਰਾਂ ਨਾਲ ਤੇਰਾ ਭਾਣਾ ਸਮਝ ਕੇ ਵੇਖ ਰਹੇ ਹਾਂ, ਦੇਖਦੇ ਹਾਂ। ਇਸੇ ਤਰ੍ਹਾਂ ਤੇਰੀ ਵਡਿਆਈ, ਇਹ ਪਰਮੇਸ਼ਰ ਤੇਰੀ ਵਡਿਆਈ ਹੈ ਵੀ ਐਸਾ ਕਰਕੇ ਤੂੰ ਵੇਖਦਾ ਹੈ। ਜੇ ਕੋ ਨਾਉ ਧਰਾਏ ਵੱਡਾ। ਜੇ ਕੋਈ ਆਪਣਾ ਪਠਾਨ ਜਿਵੇਂ ਬੜੇ ਤਿੜੇ ਹੋਏ ਸਨ, ਮੁੱਛਾਂ ਕੁੰਡੀਆਂ ਕਰਕੇ ਘੋੜੀਆਂ ਦੇ ਚੜ੍ਹ ਕੇ ਤੇ ਐਮਨਾਬਾਦ ਦੀ ਗਲੀਆਂ ਗਲੀਆਂ 'ਚ ਫਿਰਦੇ ਸਨ, ਗੇੜੀਆਂ ਕੱਢਦੇ, ਆਪਣੇ ਆਪ ਨੂੰ ਕਹਿੰਦੇ ਸਨ ਅਸੀਂ ਖਾਨ ਬਹਾਦਰ ਹਾਂ। ਇਹੋ ਜਿਹੇ ਮਹਾਰਾਜ ਜੇ ਕੋਈ ਜੀਵ ਸੰਸਾਰ ਵਿੱਚ ਆਪਣੇ ਵੱਡੇ ਵੱਡੇ ਨਾਂ ਰਖਾ ਲਏ, ਸਾਧ ਕਰੇ ਮਨ ਭਾਣੇ। ਵੱਡਾ ਨਾਮ ਰਖਾ ਲਿਆ ਵੀ ਮੈਂ ਬੜਾ ਤਗੜਾ ਹਾਂ, ਫਲਾਣੀ ਗੋਦਾ ਹਾਂ, ਚੰਗਾ ਹੀ ਆਪਣਾ ਨਾਮ ਵਡਿਆਈ ਵਾਲਾ ਜੋੜ ਲਏ, ਤੇ ਸਾਧ ਕਰੇ ਮਨ ਭਾਣੇ। ਮਨ ਭਾਉਂਦੇ ਜਿਹੜੇ ਪਦਾਰਥਾਂ ਦੇ ਸਵਾਦਾਂ ਦਾ ਆਨੰਦ ਭੋਗਣਾ ਕਰੇ, ਆਨੰਦ ਮਾਣੇ। ਖਸਮੈ ਨਦਰੀ ਕੀੜਾ ਆਵੈ। ਪਰ ਉਹ ਪਰਮੇਸ਼ਰ ਦੀ ਨਦਰ ਨਿਗਾਹ ਦੇ ਵਿੱਚ ਕੀੜਾ ਹੀ ਆਉਂਦਾ ਹੈ। ਉਹ ਪਰਮਾਤਮਾ ਦੀ ਨਜ਼ਰ ਵਿੱਚ ਕੀੜਾ ਹੀ ਹੈ, ਉਹ ਕਿੱਡਾ ਵੀ ਬਾਦਸ਼ਾਹ ਬਹਾਦਰ ਹੋਵੇ। ਜੇਤੇ ਚੁਗੈ ਦਾਣੇ। ਜਿਤਨੇ ਵੀ ਉਹ ਜਿਹੜਾ ਵੱਡਾ ਨਾਮ ਰਖਾ ਕੇ ਪਦਾਰਥਾਂ ਰੂਪੀ ਦਾਣੇ ਚੁਗਦਾ, ਵੰਨ ਸਵੰਨੇ ਜਿਹੜੇ ਪਦਾਰਥ ਖਾਂਦਾ ਹੈ, ਆਪਣੇ ਆਪ ਜੋ ਕਿੰਨਾ ਮੰਤਰੀ ਬਣਿਆ ਫਿਰੇ ਵੀ ਮੈਂ ਮੰਤਰੀ ਹਾਂ, ਮੈਂ ਚੰਗਾ ਖਾਨਾ। ਹੇ ਪਰਮੇਸ਼ਰ ਤੇਰੀ ਨਿਗਾਹ ਵਿੱਚ ਤੇ ਉਹ ਕੀੜਾ ਹੀ ਹੈ, ਤੇਰੇ ਦਿੱਤੇ ਹੋਏ ਪਦਾਰਥ ਹੀ ਖਾਂਦਾ ਹੈ। ਉਹਦੇ ਆਪਣੇ ਪੱਲਿਓਂ ਕੀ ਹੈ, ਕੀ ਉਹਦੇ ਪੱਲੇ? ਤੇਰਾ ਜੀ ਕਰੇ ਚਾਟੀ ਉਹਦਾ ਭੋਗ ਪਾ ਦੇਵੇਂ ਜਾਨ ਕੱਢ ਕੇ। ਉਹ ਕਾਹਦਾ ਮੰਤਰੀ ਹੈ, ਕਾਹਦਾ ਲੀਡਰ ਹੈ? ਉਹ ਜੇਤੇ ਚੁਗਿਆ ਦਾਣੇ, ਉਹ ਜਿੰਨੇ ਪਦਾਰਥਾਂ ਰੂਪੀ ਦਾਣੇ ਚੁਗਦੇ ਆ ਸਾਰੇ ਤੇਰੀ ਨਿਗਾਹ ਵਿੱਚ ਹੈ ਪਰਮੇਸ਼ਰ। ਉਹ ਜਿਹੜੇ ਪਦਾਰਥਾਂ ਰੂਪੀ ਦਾਣੇ ਚੁਗਦਾ ਹੈ ਤੇ ਤੂੰ ਇਹੀ ਸਮਝਦਾ ਵੀ ਕੀੜਾ ਦਾਣੇ ਚੁਗ ਰਿਹਾ ਪਦਾਰਥਾਂ ਰੂਪੀ। ਉਹ ਨਾ ਵੱਡਾ ਧਰਾ ਕੇ ਕੀ ਕਰੇਗਾ? ਜਿਵੇਂ ਗੁਰੂ ਸਾਹਿਬ ਜੀ ਕਹਿੰਦੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਕਿ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ। ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਚੌਵਾਂ ਯੁੱਗਾਂ ਦੇ ਤੋਂ ਭਾਵ 10 ਗੁਣਾ ਵੱਧ ਉਮਰ ਵਧਾ ਲੇ, ਉਮਰ ਦੀ ਹੋ ਜਾਏ। ਚੰਗਾ ਨਾਮ ਰਖਾ ਲੇ, ਹਰ ਪਾਸੇ ਨਾਮ ਹੀ ਉਹਦਾ ਹੋਵੇ, ਦੇਸ਼ਾਂ ਵਿਦੇਸ਼ਾਂ ਵਿੱਚ। ਫਿਰ ਚੰਗੀ ਵਡਿਆਈ ਲੈ ਲਵੇ, ਜਿੱਧਰ ਜਾਵੇ ਆ ਲੋਕ ਬਾਹਾਂ ਖੜੀਆਂ ਕਰ ਕਰ ਕਹਿਣ ਵੀ ਫਲਾਣਾ ਆ ਗਿਆ, ਐਵੇਂ ਨਾਂ ਲੈ ਲੈ ਕੇ ਜੈ ਜੈਕਾਰਾਂ ਕਰਨ। ਪਰ ਹੇ ਪਰਮੇਸ਼ਰ, ਜੇ ਤੇਰੀ ਨਿਗਾਹ ਵਿੱਚ ਨਹੀਂ ਨਾ ਆਉਂਦਾ ਤੇ ਉਹਦੀ ਉੱਥੇ ਪਰਲੋਕ ਵਿੱਚ ਬਾਤ ਨਹੀਂ ਪੁੱਛੀ ਜਾਂਦੀ। ਕੀੜੀ ਤੁਲਨਾ ਹੋਵਣੀ, ਉਹਦੇ ਕੀੜੀ ਤੁਲ ਕੀੜਾ ਵੀ ਨਹੀਂ ਬਣਦਾ ਉੱਥੇ। ਐਵੇਂ ਸਤਿਗੁਰੂ ਜੀ ਜੇ ਕੋ ਨਾਉ ਧਰਾਏ ਵੱਡਾ ਨਾਮ ਰਖਾ ਲੇ ਆਪਣਾ, ਤੇ ਸਾਧ ਕਰੇ ਮਨ ਭਾਣੇ। ਮਨ ਭਾਉਂਦੇ ਸਵਾਦਾਂ ਨੂੰ ਭੋਗਣਾ ਕਰੇ। ਉਹ ਮਾਲਕ ਦੀ ਨਜ਼ਰੀ ਤੇ ਉਹ ਕੀੜਾ ਹੀ ਆਉਂਦਾ, ਕੀੜਾ ਹੀ ਸਮਝਿਆ ਜਾਂਦਾ ਹੈ। ਜਿੰਨੇ ਪਦਾਰਥਾਂ ਰੂਪੀ ਦਾਣੇ ਚੁਗਦਾ, ਕੀੜੇ ਦਾ ਹੀ ਕੰਮ ਹੁੰਦਾ ਚੁਗਣਾ ਖਾਣਾ। ਮਰ ਮਰ ਜੀਵੈ ਤਾ ਕਛ ਪਾਏ। ਜਿਹੜੇ ਜੀਵ ਪਰਮੇਸ਼ਰ ਵੱਲੋਂ ਮਰੇ ਪਏ ਆ, ਮਰ ਗਏ ਆ, ਕਿਤੇ ਚੇਤੇ ਨਹੀਂ ਕਰਦੇ। ਜੇ ਉਹ ਸੰਸਾਰ ਵੱਲੋਂ ਮਰ ਜਾਣ ਤੇ ਪਰਮੇਸ਼ਰ ਵੱਲੋਂ ਜਿਉਂਦੇ ਹੋ ਜਾਣ ਤਾਂ ਕਿਛ ਪਾਏ,
ਤਾਂ ਦੇ ਉਹ ਇਸ ਜਨਮ ਦਾ ਲਾਹਾ ਕੁਝ ਪ੍ਰਾਪਤ ਕਰ ਸਕਦੇ ਐ। ਨਾਨਕ ਨਾਮ ਵਖਾਣੇ। ਮਹਾਰਾਜ ਕਹਿੰਦੇ ਵੀ ਨਾਮ ਦਾ ਕਥਨ ਕਰਨਾ ਤੇ ਤਾਂ ਕੁਝ ਪ੍ਰਾਪਤ ਕਰ ਸਕਦੇ ਐ, ਨਹੀਂ ਤੇ ਕੁਝ ਨਹੀਂ ਉਹ ਲੈ ਸਕਦੇ। ਇਸੇ ਤਰ੍ਹਾਂ ਜਿਹੜੇ ਐਮਣਾਬਾਦੀ ਪਠਾਨ ਹੈ, ਜੇ ਪਰਮੇਸ਼ਰ ਤੇਰੇ ਨਾਮ ਨੂੰ ਵਿਖਿਆਨ ਕਰਦੇ, ਕਥਨ ਕਰਦੇ, ਆਹ ਕੁਝ ਨਾ ਹੁੰਦਾ, ਉਹਨਾਂ ਦੀ ਜਿੱਤ ਹੀ ਰਹਿੰਦੀ ਸਦਾ। ਚੌਪਈ ਇਸ ਬਿਦ ਗਾਵਤ ਮਾਰਗ ਜਾਹੀ। ਇਸ ਤਰ੍ਹਾਂ ਮਹਾਰਾਜ ਰਸਤੇ ਵਿੱਚ ਗਾਉਂਦੇ ਜਾਂਦੇ ਸਨ ਗੁਰਬਾਣੀ ਦਾ ਸ਼ਬਦ। ਸਦਾ ਏਕ ਰਸ ਆਨੰਦ ਮਾਹੀ। ਸਦਾ ਹੀ ਜੋ ਇੱਕ ਰਸ ਆਨੰਦ ਵਿੱਚ ਰਹਿੰਦੇ ਆ ਗੁਰੂ ਨਾਨਕ ਸਾਹਿਬ। ਲੋਕ ਬਿਲੋਕਤ ਬਹੁ ਬਿਸਮਾਏ। ਰਸਤੇ ਵਿੱਚ ਜਿਹੜੇ ਲੋਕ ਸਨ, ਇਹ ਬਾਬਰ ਦੀ ਫੌਜ ਦੇ ਜਿਹੜੇ ਨਾਲ ਸਿਪਾਹੀ ਆ ਰਹੇ ਸਨ, ਵੇਖ ਵੇਖ ਕੇ ਬੜਾ ਅਚਰਜ ਹੁੰਦੇ ਐ। ਇਹੋ ਅਚਰਜ ਕਛ ਲਖਿਓ ਨਾ ਜਾਏ। ਕਹਿੰਦੇ ਵੀ ਆ ਜਿਹੜਾ ਅਚਰਜੀ ਵਿਸਮਾਦੀ ਕੌਤਕ ਹੋ ਰਿਹਾ, ਕੁਝ ਜਾਣਿਆ ਨਹੀਂ ਜਾ ਰਿਹਾ। ਸਿਰ ਤੇ ਕਰ ਉੱਚੋ ਹੈ ਭਾਰਾ। ਵੇਖ ਲੋ ਇਹਨਾਂ ਦੇ ਸੀਸ ਦੇ ਉੱਪਰੋਂ ਹੀ ਉੱਚਾ ਉੱਚਾ ਹੀ ਪੰਡ ਦਾ ਭਾਰ ਜਿਹੜਾ ਇੱਕ ਹੱਥ ਜਾ ਰਿਹਾ ਨਾਲ ਨਾਲ। ਬਾਹਰੋਂ ਚੱਲਿਓ ਜਾਹੇ ਸੰਗਾਰਾ। ਥੱਲੇ ਥੱਲੇ ਚੱਲੇ ਜਾਂਦੇ ਐ, ਨਾਲ ਨਾਲ ਹੀ ਜਿਹੜੀ ਪੰਡ ਦਾ ਭਾਰ ਇੱਕ ਹੱਥ ਉੱਚਾ ਚੱਲਿਆ ਜਾਂਦਾ ਹੈ। ਦੂਸਰ ਕੇ ਹੈ ਤਰੰਗ ਪਿਸ਼ਾਰੀ। ਤੇ ਜਿਹੜਾ ਦੂਸਰਾ ਇਹਨਾਂ ਦਾ ਸਾਥੀ ਹੈ, ਤੇ ਉਹਦੇ ਨਾਲ ਵੀ ਘੋੜਾ ਵੇਖੋ ਪਿੱਛੇ ਪਿੱਛੇ ਜਾ ਰਿਹਾ ਹੈ। ਚੱਲਿਓ ਜਾਤ ਬਿਨ ਗਹੇ ਮਹਾਰੀ। ਜਿਹੜਾ ਫੜਿਆ ਵੀ ਘੋੜਾ ਕਾਬੂ ਨਹੀਂ ਆਉਂਦਾ, ਬੜਾ ਚੰਚਲ ਹੈ, ਉਹਦੀ ਵਾਂਗ ਫੜੇ ਤੋਂ ਬਿਨਾਂ ਹੀ ਇਹਨਾਂ ਦੇ ਸਾਥੀ ਦੇ ਪਿੱਛੇ ਪਿੱਛੇ ਚੱਲਿਆ ਜਾਂਦਾ ਹੈ। ਕੇਤਕ ਕਹਾ ਸੰਤ ਇਹ ਕੋਈ। ਕਿਤਨੇ ਕੁ ਲੋਕ ਤੇ ਇਹ ਕਹਿੰਦੇ ਵੀ ਇਹ ਤੇ ਜ਼ਰੂਰ ਕੋਈ ਪਰਮੇਸ਼ਰ ਦੇ ਸੰਤ ਹਨ। ਕਿਦਾਂ ਖੁਦਾਏ ਆਪ ਹੀ ਹੋਈ। ਅਥਵਾ ਵੀ ਆਪ ਹੀ ਖੁਦਾ ਹੋ ਰਿਹਾ, ਖੁਦਾ ਹੀ ਆਇਆ ਹੋਇਆ ਹੈ। ਜਿਹੜੀ ਵਿਕਾਇਆ ਪੰਡ ਚੁਕਾਈ ਹੋਈ ਹੈ ਤੇ ਇਹਨਾਂ ਦੇ ਸੀਸ ਦੇ ਉੱਪਰ ਲੱਗ ਹੀ ਨਹੀਂ ਰਹੀ, ਹੱਥ ਉੱਚੀ ਜਾ ਰਹੀ ਹੈ, ਇਹ ਤੇ ਆਪ ਹੀ ਖੁਦਾ ਹੈ ਲੱਗਦਾ। ਆਤ ਸਮਰੱਥ ਅਜ਼ਮਤ ਮਹਿ ਭਾਰੀ। ਬਹੁਤ ਸਮਰੱਥ ਹੈ, ਸ਼ਕਤੀ ਵਿੱਚ ਬੜੇ ਭਾਰੀ ਦਿਸ ਰਹੇ ਐ। ਐਸੋ ਕਬ ਨਹ ਪਿਖਾ ਅਗਾਰੀ। ਇਸ ਤਰ੍ਹਾਂ ਦਾ ਕੌਤਕ ਅਚਰਜ ਪੁਣਾ ਤੇ ਪਹਿਲਾਂ ਕਦੀ ਵੇਖਿਆ ਹੀ ਨਹੀਂ ਹੁੰਦਾ। ਹਾਥ ਬੰਦ ਕਾ ਬੰਧਨ ਕਰਹੀ। ਹੱਥ ਜੋੜ ਜੋੜ ਕੇ ਮਹਾਰਾਜ ਨੂੰ ਮੱਥਾ ਟੇਕਣਾ ਕਰ ਰਹੇ ਐ। ਚਰਨ ਕਮਲ ਮਹਿ ਸਰਦਾ ਤਰਹੀ। ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਵਿੱਚ ਬੜੀ ਸ਼ਰਧਾ ਰੱਖ ਰਹੇ ਐ। ਇਸ ਪ੍ਰਕਾਰ ਪਹੁੰਚਿਓ ਜਬ ਡੇਰੇ। ਇਸ ਤਰ੍ਹਾਂ ਚਲਦਿਆਂ ਚਲਦਿਆਂ ਜਿੱਥੇ ਬਾਬਰ ਨੇ ਕੈਂਪ ਲਾਇਆ ਸੀ ਉੱਥੇ ਜਾ ਪਹੁੰਚੇ ਐ। ਆਵਤ ਮੁਗਲ ਤਿਸੀ ਨਾ ਹੇਰੇ। ਇਸ ਪ੍ਰਕਾਰ ਪਹੁੰਚਿਓ ਜਬ ਡੇਰੇ, ਜਾਂ ਐਵੇਂ ਵੀ ਜਦੋਂ ਬਾਬਰ ਆਪਣੇ ਡੇਰੇ ਵਿੱਚ ਇਸ ਤਰ੍ਹਾਂ ਜਾ ਪਹੁੰਚਿਆ ਹੈ। ਆਵਤ ਮੁਗਲ ਤਿਸੀ ਨਾ ਹੇਰੇ। ਜਿਸ ਮੁਗਲ ਨੇ ਭਾਵ ਭਾਈ ਬਾਲਾ ਜੀ ਕਹਿੰਦੇ ਵੀ ਸਾਨੂੰ ਫੜਨ ਦਾ ਹੁਕਮ ਦਿੱਤਾ ਸੀ ਨਾ, ਵੇਖ ਕੇ ਵੀ ਆ ਤਿੰਨ ਫਕੀਰ, ਤਿੰਨ ਕਿਹੜੇ ਬੈਠੇ, ਇਹਨਾਂ ਨੂੰ ਫੜ ਕੇ ਲੈ ਕੇ ਆਓ, ਇਹਨਾਂ ਨੂੰ ਪੰਡਾਂ ਚੁਕਾ ਦਿਓ ਤੇ ਇੱਕ ਨੂੰ ਘੋੜਾ ਫੜਾ ਦਿਓ। ਕਹਿੰਦੇ ਭਾਈ ਬਾਲਾ ਜੀ ਵੀ ਜਿਸ ਮੁਗਲ ਨੇ ਸਾਨੂੰ ਉੱਥੇ ਪੰਡਾਂ ਫੜਾਈਆਂ ਸੀ ਤੇ ਉਸ ਮੁਗਲ ਨੇ ਜਦੋਂ ਆਉਂਦਿਆਂ ਦੇਖਿਆ, ਇਸ ਬਿਦ ਅਚਰਜ ਲਖਿਓ ਤਮਾਸਾ। ਇਸ ਤਰ੍ਹਾਂ ਉਹਨੇ ਬੜਾ ਤਮਾਸ਼ਾ ਕੌਤਕ ਅਚਰਜੀ ਜਾਣਿਆ ਦੇਖਿਆ। ਗਇਓ ਦੌਰ ਬਾਬਰ ਕੇ ਪਾਸਾ। ਗਇਓ ਦੌਰ ਨਹੀਂ ਦੌੜ, ਦੌੜ ਕੇ ਗਿਆ ਹੈ ਬਾਬਰ ਦੇ ਕੋਲ। ਨਿਕਟ ਬੈਠ ਕਾ ਗਿਰਾ ਉਚਾਰੀ। ਕੋਲ ਬੈਠ ਕੇ ਸਿਪਾਹੀ ਨੇ ਬਚਨ ਕਿਹਾ, ਇੱਕ ਦਰਵੇਸ਼ ਹੈ ਬੰਦ ਮਝਾਰੀ। ਇਹ ਬਾਬਰ ਬਾਦਸ਼ਾਹ ਜੀ, ਜਿਹੜਾ ਆਪਣੀ ਬੰਦ ਕੈਦ ਹੈ ਨਾ, ਉਸ ਕੈਦ ਵਿੱਚ ਇੱਕ ਦਰਵੇਸ਼ ਵੀ ਹੈ। ਦੋਹਰਾ ਅਚਰਜ ਸਭ ਅਵਲੋਕਿਓ। ਐਵੇਂ ਅਚਰਜੀ ਸਭ ਨੇ ਦੇਖਿਆ। ਆਤ ਅਜ਼ਮਤ ਮਹਿ ਪੂਰਾ। ਆਤ ਅਜ਼ਮਤ ਇੱਕ ਅਚਰਜ ਸਭ ਅਵਲੋਕਿਓ ਆਤ। ਐਵੇਂ ਅਚਰਜੀ ਬਹੁਤਾ ਹੀ ਜਿਹੜਾ ਦੇਖਿਆ ਵੀ ਜੋ ਸ਼ਕਤੀਆਂ ਕਲਾ ਵਿੱਚ ਪੂਰਨੀ ਹਨ ਬਹੁਤੇ। ਅੱਗੇ ਪੜ੍ਹ।
ਬੋਝ ਦਿਓ ਸਿਰ ਤਾਹੇ ਕੇ। ਕਹਿਣ ਲੱਗਾ ਵੀ ਬੜੇ ਸ਼ਕਤੀਆਂ ਵਿੱਚ ਪੂਰਨ ਹੈ। ਐਸਾ ਆਸ਼ਚਰਜ ਸਾਰਿਆਂ ਨੇ ਦੇਖਿਆ ਬਾਦਸ਼ਾਹ ਜੀ ਕਿ ਜਿਹੜਾ ਅਸਾਂ ਨੇ ਉਹਨਾਂ ਦਰਵੇਸ਼ਾਂ ਦੇ ਸੀਸ ਉੱਪਰ ਪੰਡ ਦਾ ਭਾਰ ਬੋਝ ਦਿੱਤਾ ਸੀ, ਰਹਿਓ ਏਕ ਕਰ ਦੂਰਾ। ਉਹ ਤੇ ਪੰਡ ਦਾ ਭਾਰ ਇੱਕ ਹੱਥ ਦੂਰੀ ਉਹਨਾਂ ਦੇ ਸੀਸ ਤੋਂ ਰਿਹਾ ਹੈ। ਚੌਪਈ ਏਕ ਡੂਮਹਿ ਜਾਂ ਕੇ ਸੰਗਾ। ਫਿਰ ਜਿਸ ਦਰਵੇਸ਼ ਦੇ ਨਾਲ ਇੱਕ ਉਹਨਾਂ ਦਾ ਮਰਾਸੀ ਵੀ ਹੈ, ਤਿਹ ਪੀਛਾ ਚਲ ਜਾਹੇ ਤਰੰਗਾ। ਉਹ ਜਿਹੜਾ ਘੋੜਾ ਸਾਡੇ ਸੰਭਾਲਿਆ ਵੀ ਸੰਭਾਲਿਆ ਨਹੀਂ ਸੀ ਨਾ ਜਾਂਦਾ, ਬੜਾ ਚੰਚਲ ਸੀ, ਉਹ ਘੋੜਾ ਉਹਨਾਂ ਦੇ ਪਿੱਛੇ ਪਿੱਛੇ ਆਰਾਮ ਨਾਲ ਹੀ ਚੱਲਿਆ ਜਾਂਦਾ ਛੱਡਿਆ ਹੋਇਆ। ਕਰਤ ਬੰਦਗੀ ਤਾਂ ਖੁਦਾਏ। ਤੇ ਉਹ ਜਿਹੜੇ ਦਰਵੇਸ਼ ਹੈ ਤੇ ਉਹ ਜੀ ਬਾਦਸ਼ਾਹ ਖੁਦਾ ਦੀ ਬੰਦਗੀ ਕਰਦੇ ਆ ਰਹੇ ਹੈ। ਐਵੇਂ ਆਪਣੀ ਭਾਸ਼ਾ ਵਿੱਚ ਕੁਝ ਪੜ੍ਹਦੇ ਆ ਰਹੇ ਹੈ। ਆਪ ਬਿਲੋਕ ਚਾਲ ਤਹ ਥਾਏ। ਐਸੇ ਜਿਹੜੇ ਫਕੀਰ ਦਰਵੇਸ਼ ਹੈ ਬਾਦਸ਼ਾਹ ਜੀ, ਤੁਸੀਂ ਵੀ ਉਸ ਥਾਂ ਤੇ ਚੱਲ ਕੇ ਜਾ ਦੇਖੋ। ਇਹ ਸੁਨ ਬਾਬਰ ਬਚਨ ਬਖਾਨਤਾ। ਇਹ ਸੁਣ ਕੇ ਬਾਬਰ ਨੇ ਬਚਨ ਕਿਹਾ, ਪੂਰਬ ਜੇ ਮੈਂ ਇਸ ਬਿਦ ਜਾਣਤਾ। ਕਹਿੰਦਾ ਵੀ ਉਹ ਸਰਦਾਰਾ ਫੌਜ ਦੇ ਸਿਪਾਹੀ, ਜੇ ਵੀ ਮੈਂ ਪਹਿਲਾਂ ਇਸ ਤਰ੍ਹਾਂ ਜਾਣਦਾ ਹੁੰਦਾ। ਇਸ ਪੁਰ ਕੋ ਨਹਿ ਮਾਰਤ ਧਾਈ। ਇਸ ਪੂਰੀ ਐਮਨਾਬਾਦ ਵਿੱਚ ਐਸੇ ਬੰਦਗੀ ਵਾਲੇ ਦਰਵੇਸ਼ ਫਕੀਰ ਰਹਿੰਦੇ ਹੈ, ਤੇ ਕਹਿੰਦਾ ਵੀ ਇਸ ਪੂਰੀ ਨੂੰ ਤੇ ਮੈਂ ਕਦੀ ਧਾਵਾ ਕਰਕੇ ਨਾ ਮਾਰਦਾ। ਜਿਸ ਮਹਿ ਆਸ ਦਰਵੇਸ਼ ਰਹਾਈ। ਕਹਿੰਦਾ ਵੀ ਜਿਸ ਐਸੀ ਐਮਨਾਬਾਦ ਪੁਰੀ ਵਿੱਚ ਦਰਵੇਸ਼ ਰਹਿੰਦੇ ਸ਼ਕਤੀਆਂ ਵਾਲੇ, ਜੇ ਮੈਨੂੰ ਪਤਾ ਹੁੰਦਾ ਵੀ ਉਹ ਰਹਿੰਦੇ ਹੈ ਤੇ ਮੈਂ ਤੇ ਕਦੀ ਵੀ ਧਾਵਾ ਕਰਕੇ ਇਸ ਐਮਨਾਬਾਦ ਪੁਰੀ ਨੂੰ ਨਾ ਮਾਰਦਾ। ਆਵਨ ਕੋ ਤਿਆਰ ਪਾਸੋਈ। ਐਵੇਂ ਮਹਾਰਾਜ ਜੀ ਬਾਬਰ ਜਿਹੜਾ ਆਉਣ ਲਈ ਤਿਆਰ ਹੋ ਗਿਆ, ਕਿਉਂਕਿ ਬਾਬਰ ਜਿਹੜੀ ਖੁਦਾ ਦੀ ਬੰਦਗੀ ਕਰਦੇ ਸਨ, ਦਰਵੇਸ਼ ਫਕੀਰ ਆਦਿਕ, ਉਹਨਾਂ ਤੇ ਬੜੀ ਸ਼ਰਧਾ ਰੱਖਦਾ ਸੀ। ਗੁਰੂ ਕਥਾ ਸੁਣੀਏ ਜਿਉ ਹੋਈ। ਗੁਰੂ ਅੰਗਦ ਦੇਵ ਸਾਹਿਬ ਜੀ ਤੇ ਬਾਬਰ ਦੀ ਕਥਾ ਵੀ ਜਿਵੇਂ ਆਉਣ ਲਈ ਤਿਆਰ ਹੋ ਗਿਆ, ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਲੀਲਾ ਕੀਤੀ ਉੱਥੇ ਕੈਦ ਵਿੱਚ ਬੈਠਿਆਂ ਹੋਇਆਂ, ਉਹ ਵੀ ਕਥਾ ਮਹਾਰਾਜ ਜਿਵੇਂ ਹੋਈ ਸੁਣੋ ਆਪ। ਦਲ ਮਹਿ ਬਹੁਤ ਬੰਦ ਨਰ ਨਾਰੀ। ਬਾਬਰ ਦੇ ਦਲ ਵਿੱਚ ਕੈਦਖਾਨੇ ਵਿੱਚ ਬਹੁਤ ਮਾਈ ਭਾਈ ਇਸਤਰੀਆਂ ਮਰਦ ਕੈਦ ਸਨ। ਬਿਰਲਾਪਤ ਪ੍ਰਾਪਤ ਦੁਖ ਭਾਰੀ। ਭਾਰੀ ਦੁੱਖ ਪ੍ਰਾਪਤ ਕਰਕੇ ਵਿਰਲਾਪ ਚੀਕ ਚਿਹਾੜਾ ਕਰ ਰਹੇ ਸਨ ਸਾਰੇ। ਸਰਬ ਜਾਤ ਦਿਜਣੀ ਹਿੰਦਵਾਣੀ। ਸਾਰੀਆਂ ਉੱਚੀ ਨੀਵੀਂ ਜਾਤੀ ਦੀਆਂ ਹਿੰਦੂਆਂ ਦੀਆਂ ਘਰ ਵਾਲੀਆਂ ਹਿੰਦਵਾਣੀਆਂ, ਉਹਨਾਂ ਦੀਆਂ ਘਰ ਵਾਲੀਆਂ, ਇਸੇ ਤਰ੍ਹਾਂ ਬ੍ਰਾਹਮਣਾਂ ਦੀਆਂ ਬ੍ਰਾਹਮਣੀਆਂ, ਇਹ ਤੁਰਕਣੀ ਆਦ ਪਠਾਣੀ। ਹੋਰ ਮੁਸਲਮਾਨਾਂ ਦੀਆਂ ਜਿਹੜੀਆਂ ਮੁਸਲਮਾਨ ਪਠਾਨ, ਇਹਨਾਂ ਦੀਆਂ ਘਰ ਵਾਲੀਆਂ ਪਠਾਨਣੀਆਂ, ਉਹ ਵੀ ਆਦਿਕ ਸਾਰੀਆਂ ਹੈ ਸੀ ਕੈਦ ਵਿੱਚ। ਸਭ ਕੋ ਚਾਕੀ ਧਰੀ ਅਗਾਰੀ। ਉਹਨਾਂ ਨੂੰ ਕੈਦ ਕਰਕੇ ਤੇ ਸਾਰੀਆਂ ਦੇ ਅੱਗੇ ਲਿਆ ਕੇ ਜਿਹੜੀਆਂ ਚੱਕੀਆਂ ਰੱਖ ਦਿੱਤੀਆਂ। ਦਾਨਾ ਦਰੀਏ ਬਿਨਾ ਅਵਾਰੀ। ਤੇ ਕਹਿਣ ਲੱਗੇ ਉਹ ਮੁਗਲ ਸਿਪਾਹੀ ਵੀ ਬਿਨਾਂ ਕਿਸੇ ਦੇਰੀ ਤੋਂ ਤਗੜੇ ਹੋ ਜਾਓ ਤੇ ਘੋੜਿਆਂ ਵਾਸਤੇ ਜਿਹੜਾ ਦਾਣਾ ਚੱਕੀ ਵਿੱਚ ਪਾ ਕੇ ਦਲੋ। ਸ੍ਰੀ ਨਾਨਕ ਜਬ ਡੇਰੇ ਆਏ। ਗੁਰੂ ਨਾਨਕ ਸਾਹਿਬ ਜੀ ਜਦੋਂ ਇਹਨਾਂ ਬਾਬਰ ਦੇ ਕੈਂਪ ਵਿੱਚ ਆਏ ਐ, ਸਿਰ ਪੁਰ ਤੇ ਬੋਝੇ ਉਤਰਾਏ। ਸੀਸ ਉੱਪਰ ਜਿਹੜੇ ਬੋਝੇ ਭਾਰ ਸਨ ਉਹ ਠਾਹ ਨੂੰ ਲਾਹੇ ਐ। ਬਠਾਰੇ ਨਿਜ ਬੰਦ ਮਝਾਰੀ। ਐਵੇਂ ਆਪਣੀ ਕੈਦ ਵਿੱਚ ਫਿਰ ਸਤਿਗੁਰ ਜੀ ਸਮੇਤ ਭਾਈ ਬਾਲਾ ਮਰਦਾਨਾ ਜੀ ਬਿਠਾ ਦਿੱਤੇ ਐ। ਦਵੈ ਚਾਕੀ ਤਬ ਆਨੀ ਭਾਰੀ। ਉਸ ਵੇਲੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਉਹਨਾਂ ਮੁਗਲਾਂ ਨੇ ਦੋ ਜਿਹੜੀਆਂ ਚੱਕੀਆਂ ਬੜੀਆਂ ਭਾਰੀਆਂ ਲੈ ਆਂਦੀਆਂ। ਆਗੇ ਮੇਰੇ ਅਰ ਮਰਦਾਨੇ। ਇੱਕ ਮੇਰੇ ਅੱਗੇ ਤੇ ਇੱਕ ਭਾਈ ਮਰਦਾਨੇ ਅੱਗੇ। ਧਰੀ ਏਕ ਦੀਨੇ ਬਹਦਾਨੇ। ਉਹ ਦੋਵੇਂ ਜਿਹੜੀਆਂ ਰੱਖ ਦਿੱਤੀਆਂ ਤੇ ਕਹਿੰਦੇ ਆ ਵੀ ਜਿਨ੍ਹਾਂ ਵਿੱਚ
ਤੇ ਬਹੁਤੇ ਦਾਣੇ ਸਾਨੂੰ ਦੇ ਦਿੱਤੇ ਐ। ਇਕ ਸ੍ਰੀ ਗੁਰੂ ਅਗਾਰੀ ਧਰ ਕੈ ਕਹਿੰਦੇ ਵੀ 2 ਚੱਕੀਆਂ ਲਿਆ ਰੱਖੀਆਂ, ਭਾਵ ਇੱਕ ਚੱਕੀ ਮੇਰੇ ਤੇ ਭਾਈ ਮਰਦਾਨੇ ਅੱਗੇ ਰੱਖ ਦਿੱਤੀ ਤੇ ਬਹੁਤੇ ਦਾਣੇ ਰੱਖ ਦਿੱਤੇ ਐ। ਇੱਕ ਸਤਿਗੁਰੂ ਜੀ ਦੇ ਅੱਗੇ ਲਿਆ ਕੇ ਚੱਕੀ ਰੱਖ ਦਿੱਤੀ ਐ। ਕਹਿਓ ਦਰਹੁ ਦਾਨਾ ਧ੍ਰੁਤ ਕਰ ਕੈ ਨਾਲ ਹੀ ਕਹਿ ਦਿੱਤਾ ਸਿਪਾਹੀਆਂ ਨੇ ਵੀ ਛੇਤੀ ਦੇ ਕਰਕੇ ਘੋੜਿਆਂ ਦੇ ਛਕਣ ਵਾਸਤੇ, ਅੰਨ ਅਨਾਜ ਵਾਸਤੇ ਦਾਣੇ ਜਿਹੜੇ ਆ ਉਹਨਾਂ ਨੂੰ ਦਾਲਾਂ ਕਰੋ। ਹਮ ਮਿਲ ਦਰਨ ਲਗੇ ਧ੍ਰੁਤ ਦਾਨਾ ਗੁਰੂ ਸਾਹਿਬ ਜੀ ਅਸੀਂ ਮੈਂ ਤੇ ਭਾਈ ਮਰਦਾਨਾ ਮਿਲ ਕਰਕੇ ਜਿਹੜਾ ਬੜੀ ਛੇਤੀ ਨਾਲ ਜਿਵੇਂ ਉਹਨਾਂ ਕਿਹਾ ਦਾਣੇ ਦਲਨ ਲੱਗੇ। ਜੋ ਨਰ ਨਾਰ ਕਰਤ ਤਿਹ ਥਾਨਾ ਉਸ ਥਾਂ ਤੇ ਜਿਵੇਂ ਹੋਰ ਇਸਤਰੀਆਂ ਮਰਦ ਕਰ ਰਹੇ ਸਨ। ਸ੍ਰੀ ਗੁਰ ਚਾਕੀ ਹਾਥ ਨਾ ਲਾਵਹਿ ਇੱਧਰ ਗੁਰੂ ਸਾਹਿਬ ਜੀ ਦੇ ਐਸੀ ਲੀਲਾ ਕਰ ਰਹੇ ਆ ਵੀ ਮਹਾਰਾਜ ਚੱਕੀ ਨੂੰ ਹੱਥ ਹੀ ਨਹੀਂ ਲਾਉਂਦੇ ਸਨ। ਨਿਜ ਕਰ ਸਾਦਾਨਾ ਮਦ ਪਾਵਹਿ ਆਪਣੇ ਹੱਥਾਂ ਨਾਲ ਬਸ ਚੱਕੀ ਦੇ ਪੁੜਾਂ ਵਿੱਚ ਦਾਣੇ ਪਾਈ ਜਾਂਦੇ ਐ। ਸੀਗਰ ਫਿਰੈ ਆਪ ਹੀ ਸੋਈ ਤੇ ਉਹ ਜਿਹੜੀ ਚੱਕੀ ਐ ਸ਼ੀਗਰ ਬੜੀ ਛੇਤੀ ਨਾਲ ਆਪਣੇ ਆਪ ਹੀ ਫਿਰੀ ਜਾਂਦੀ ਐ। ਬਿਸਮ ਬਿਲੋ ਕਹਤਹ ਸਭ ਕੋਈ ਉੱਥੇ ਜੋ ਵੀ ਖਲੋਤੇ ਆ ਤੇ ਹੋਰ ਜਿਹੜੇ ਮਰਦ ਇਸਤਰੀਆਂ ਚੱਕੀਆਂ ਘੁਮਾ ਰਹੇ ਸਨ ਔਖੇ ਹੋ ਰਹੇ ਸੀ। ਇਹ ਕੁਝ ਦੇਖ ਕੇ ਬੜਾ ਆਸ਼ਚਰਜ ਹੋ ਰਹੇ ਐ। ਇਤਨੇ ਮਹਿ ਬਾਬਰ ਚਲ ਆਇਓ ਇੰਨੇ ਵਿੱਚ ਜਿਹੜਾ ਬਾਬਰ ਚੱਲ ਕੇ ਆ ਗਿਆ। ਇੱਕ ਫਾਰਸੀ ਦੀ ਤਵਾਰੀਖ ਹੈ, ਉਹਦੇ ਵਿੱਚ ਲਿਖਿਆ ਵੀ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਕਿਹਾ ਵੀ ਤੁਸੀਂ ਪਰਮੇਸ਼ਰ ਦਾ ਨਾਮ ਜਪੋ, ਇਹ ਚੱਕੀਆਂ ਦੀ ਫਿਕਰ ਨਾ ਕਰੋ, ਬਸ ਦਾਣੇ ਪਾਈ ਜਾਓ, ਆਪੇ ਚੱਲੀ ਜਾਣਗੇ, ਚਲਾਉਣ ਦੀ ਜ਼ਰੂਰਤ ਨਹੀਂ ਹੈ। ਉਹ ਸਾਰੀਆਂ ਜਿਹੜੀਆਂ ਚੱਕੀਆਂ ਸਨ ਆਪੇ ਆਪ ਚੱਲੀ ਜਾਂਦੀਆਂ ਸਨ। ਜਿਸ ਕਰਕੇ ਸਿਪਾਹੀਆਂ ਨੇ ਵੇਖਿਆ ਉਹ ਡਰ ਗਏ ਅਤੇ ਸਿਪਾਹੀਆਂ ਨੇ ਜਾ ਕੇ ਬਾਬਰ ਨੂੰ ਦੱਸਿਆ ਤੇ ਬਾਬਰ ਸੁਣ ਕੇ ਇਤਨੇ ਵਿੱਚ ਉਹ ਚੱਲ ਕੇ ਆ ਗਿਆ। ਚਰਨ ਕਮਲ ਪਰ ਸੀਸ ਨਿਵਾਇਓ ਆਉਂਦਿਆਂ ਹੀ ਸਤਿਗੁਰੂ ਜੀ ਦੇ ਕੌਤਕ ਦੇਖ ਕੇ ਚਰਨ ਕਮਲਾਂ ਉੱਪਰ ਆਪਣਾ ਸੀਸ ਨਿਵਾਇਆ, ਮੱਥਾ ਟੇਕਿਆ। ਦੋਹਰਾ ਸ੍ਰੀ ਨਾਨਕ ਅਵਲੋਕ ਕਾ ਗੁਰੂ ਨਾਨਕ ਸਾਹਿਬ ਜੀ ਬਾਬਰ ਨੂੰ ਦੇਖ ਕੇ ਬੋਲੇ ਸ਼ਬਦ ਉਠਾਏ ਸ਼ਬਦ ਜਿਹੜਾ ਮੁਖੋਂ ਉਠਾ ਕੇ ਸ਼ੁਰੂ ਕਰਕੇ ਬੋਲੇ ਐ। ਸਭ ਲੋਕਨ ਕੀ ਜਸ ਦਸ਼ਾ ਜੇ ਸਾਰੇ ਲੋਕਾਂ ਦੀ ਭਾਵ ਜਿਹੜੇ ਐਮਨਾਬਾਦ ਪਠਾਣਾ ਦੇ ਸਾਰੇ ਲੋਕਾਂ ਦੀ ਜੈਸੀ ਹਾਲਤ ਹੋਈ ਸੀ, ਦਸ ਤਬ ਦੀਨ ਸੁਨਾਏ ਉਸੇ ਤਰ੍ਹਾਂ ਬਿਲਕੁਲ ਹੂਬਹੂ ਮਹਾਰਾਜ ਜੀ ਨੇ ਬਾਬਰ ਨੂੰ ਸੁਣਾ ਦਿੱਤੀ। ਜਿਸ ਤਰ੍ਹਾਂ ਦੀ ਇਹਨੇ ਹਾਲਤ ਲੋਧੀ ਪਠਾਣਾ ਦੀ ਐਮਨਾਬਾਦ ਵਿੱਚ ਰਹਿਣ ਵਾਲੇ ਸਾਰੇ ਹਿੰਦੂਆਂ ਆਦਿਕ ਦੀ ਲਾਈ ਹਾਲਤ ਮਾੜੀ ਕੀਤੀ ਹੋਈ ਸੀ। ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਘਰ ਤੀਜਾ ਏਕ ਓੰਕਾਰ ਸਤਿ ਗੁਰ ਪ੍ਰਸਾਦ ਜਿਨ ਸਿਰ ਸੋਹਣ ਪਟਿਆ। ਰਾਗ ਆਸਾ ਹੈ, ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਹੈ। 8 ਪਦਿਆਂ ਦਾ ਇਹ ਸ਼ਬਦ ਹੈ। ਤੀਸਰੇ ਘਰ ਸੁਰਤਾਲ ਵਿੱਚ ਗਾਉਣ ਦੀ ਇਸ ਨੂੰ ਆਗਿਆ ਹੈ। ਮੰਗਲ ਕਰਦੇ ਆ ਵੀ ਇੱਕ ਜੋ ਅਦੁੱਤੀ ਬ੍ਰਹਮ ਹੈ, ਅਦਵੈਤ ਸਰੂਪ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰੂ ਦੀ ਕਿਰਪਾ ਕਰਕੇ ਐਸੇ ਪਰਮੇਸ਼ਰ ਦੀ ਪ੍ਰਾਪਤੀ ਹੈ। ਮਹਾਰਾਜ ਕਹਿ ਰਹੇ ਆ ਬਾਬਰ ਨੂੰ ਸੁਣਾ ਕੇ ਕਿ ਹੇ ਬਾਬਰ, ਆ ਜਿਨ੍ਹਾਂ ਪਠਾਣਾ ਦੀਆਂ ਇਸਤਰੀਆਂ ਦੇ ਸਿਰਾਂ ਉੱਪਰ ਪੱਟੀਆਂ ਸੌਂਦੀਆਂ ਸਨ, ਭਾਵ ਜਿਨ੍ਹਾਂ ਨੇ ਮੀਡੀਆਂ ਕੀਤੀਆਂ ਹੋਈਆਂ ਸਨ ਤੇ ਬੜੀਆਂ ਸੌਂਦੀਆਂ ਸਨ ਮੀਡੀਆਂ, ਮੰਗੀ ਪਾਏ ਸੰਧੂਰਾ ਤੇ ਜਿਹੜੀਆਂ ਪੱਟੀਆਂ ਉਹ ਮੀਡੀਆਂ ਦੇ ਵਿਚਕਾਰ ਚੀਰੇ ਸਨ ਤੇ ਉਹ ਚੀਰਿਆਂ ਵਿੱਚ ਜਿਹੜੀਆਂ ਸੰਧੂਰ ਪਾਇਆ ਹੋਇਆ ਸੀ ਤੇ ਉਹ ਵੀ ਬੜਾ ਜੋ ਸੋਭਦਾ ਸੀ। ਸੇ ਸਿਰ ਕਾਤੀ ਮੁਨੀਆਂ ਉਹ ਜਿਹੜੇ ਸਿਰ ਹੈ ਇੰਨੇ ਸਵਾਰੇ ਹੋਏ ਇਹਨਾਂ ਪਠਾਨਣੀਆਂ ਦੇ, ਅੱਜ ਕਾਤੀ ਕਹੀਏ ਵੱਡੀਆਂ ਵੱਡੀਆਂ ਕੈਂਚੀਆਂ ਨਾਲ ਮੁੰਨੇ ਜਾ ਰਹੇ ਹੈ। ਇੱਕ ਤੇ ਹੁੰਦੀ ਕੈਂਚੀ ਜਿਹੜੀ ਦਰਜੀ ਵਰਤਦੇ ਹੈ, ਜਿਹੜੀ ਭੇਡਾਂ ਨੂੰ ਮੁੰਨਣ ਵਾਲੀ ਹੁੰਦੀ ਵੱਡੀ ਕੈਂਚੀ ਉਹਨੂੰ ਕਾਤੀ ਕਹਿੰਦੇ ਹੈ।
ਜਿਵੇਂ ਆ ਮਾਲੀ ਲੋਕ ਵੀ ਫੁੱਲ ਕੱਟਦੇ ਆ ਵੱਡੀਆਂ ਵੱਡੀਆਂ ਕੈਂਚੀਆਂ ਨਾਲ, ਉਹਨਾਂ ਨੂੰ ਕਾਤੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਹ ਜਿਹੜੇ ਲੋਕ ਹੈ ਉਹ ਕਾਤੀਆਂ ਨਾਲ ਕਿਉਂ ਸਿਰ ਮੁੰਨ ਰਹੇ ਸਨ ਕਿ ਇਹਨਾਂ ਨੇ ਪਠਾਨਣੀਆਂ ਨੇ ਗਹਿਣੇ ਬੜੇ ਪਾਏ ਹੋਏ ਸਨ ਕੇਸਾਂ ਵਿੱਚ ਵੀ, ਉਹ ਸਿੱਧੇ ਕੱਢਣੇ ਔਖੇ ਸੀ, ਜਿਸ ਕਰਕੇ ਕਾਤੀਆਂ ਨਾਲ ਸਿੱਧੇ ਕੇਸ ਮੁੰਨੀ ਜਾਂਦੇ ਵੀ ਗਹਿਣੇ ਸਿੱਧੇ ਲੈ ਜਾਵਾਂਗੇ ਕੇਸਾਂ ਸਮੇਤ ਹੀ, ਤਾਂ ਕਰਕੇ ਉਹ ਵੱਡੀਆਂ ਵੱਡੀਆਂ ਕੈਂਚੀਆਂ ਨਾਲ ਮੁੰਨ ਰਹੇ ਸਨ। ਅਤੇ ਮਹਾਰਾਜ ਕਹਿੰਦੇ ਵੀ ਜਿਹੜੀਆਂ ਇਹ ਪਠਾਨਣੀਆਂ ਨੇ ਐਸੇ ਆਪਣੇ ਸਿਰ ਵਾਏ ਹੋਏ ਸੀ, ਮਾਂਗਾਂ ਵਿੱਚ ਸੰਧੂਰ ਪਾਏ ਸਨ ਚੀਰਿਆਂ ਵਿੱਚ, ਉਹ ਸਿਰ ਅੱਜ ਕਾਤੀਆਂ ਨਾਲ ਮੁੰਨੇ ਜਾ ਰਹੇ ਐ। ਗਲ ਵਿੱਚ ਆਵੈ ਧੂੜਾ, ਤੇ ਜਦੋਂ ਇਹ ਕੁਝ ਬੋਲਦੀਆਂ ਅੱਗੋਂ ਤੇ ਇਹਨਾਂ ਦੇ ਗਲ ਵਿੱਚ ਧੂੜ ਆ ਜਾਂਦੀ ਹੈ। ਭਾਵ ਜਦੋਂ ਕੁਝ ਬੋਲਦੀਆਂ ਮੁਗਲ ਉਹ ਫੌਜੀ ਜਿਹੜੇ ਸਿਪਾਹੀ ਹੈ ਮਿੱਟੀ ਦੇ ਬੁੱਕ ਭਰ ਭਰ ਕੇ ਇਹਨਾਂ ਦੇ ਮੂੰਹ ਵਿੱਚ ਪਾ ਦਿੰਦੇ ਹਨ। ਮਹਿਲਾ ਅੰਦਰ ਹੋਦੀਆ, ਇਹ ਪਠਾਨਣੀਆਂ ਆਪਣੇ ਮਹਿਲਾਂ ਦੇ ਅੰਦਰ ਬੈਠ ਕਰਕੇ ਆਪਣੇ ਪਤੀਆਂ ਨਾਲ ਸੇਜਾਂ ਦੇ ਬੜੀਆਂ ਸੋਭਨੀਕ ਜੋ ਹੁੰਦੀਆਂ ਸਨ। ਹੁਣ ਬਹਿਣ ਨਾ ਮਿਲਣ ਹਦੂਰਾ, ਹੁਣ ਇਹਨਾਂ ਪਠਾਨਣੀਆਂ ਨੂੰ ਆਪਣੇ ਪਤੀਆਂ ਦੇ ਨੇੜੇ ਤੇੜੇ ਮਿਲਣਾ ਨਸੀਬ ਨਹੀਂ ਬਹਿਣਾ ਨਸੀਬ ਨਹੀਂ ਹੋ ਰਿਹਾ। ਇਸੇ ਤਰ੍ਹਾਂ ਹੁਣ ਉਹਨਾਂ ਮਹਿਲਾਂ ਮੰਦਰਾਂ ਦੇ ਨੇੜੇ ਤੇੜੇ ਬਹਿਣਾ ਨਸੀਬ ਨਹੀਂ ਹੋ ਰਿਹਾ, ਮਿਲ ਨਹੀਂ ਰਿਹਾ। ਆਦੇਸ ਬਾਬਾ ਆਦੇਸ, ਇਹ ਆਦਿ ਈਸ਼ਰ ਪਰਮੇਸ਼ਰ ਬਾਬਾ ਬਜ਼ੁਰਗ ਵੱਤ ਤੈਨੂੰ ਆਦੇਸ਼ ਕਹੀਏ ਨਮਸਕਾਰ ਹੈ। ਇਹ ਬਾਬਾ ਹੈ ਸਭ ਤੋਂ ਵੱਡੇ ਪਰਮੇਸ਼ਰ ਬਜ਼ੁਰਗ ਵੱਤ ਸਭ ਦੇ ਆਦ ਈਸ਼ਰ ਪਰਮਾਤਮਾ, ਤੈਨੂੰ ਸਾਡੇ ਆਦੇਸ਼ ਨਮਸਕਾਰ ਹੈ ਨਮਸਕਾਰ ਹੈ। ਆਦ ਪੁਰਖ ਤੇਰਾ ਅੰਤ ਨਾ ਪਾਇਆ, ਸਭ ਦੇ ਮੁੱਢ ਰੂਪ ਪਰਿਪੂਰਨ ਪੁਰਖ ਪਰਮੇਸ਼ਰ ਆਦਿ ਪੁਰਖ ਤੇਰਾ ਕਿਸ ਨੇ ਅੱਜ ਤੱਕ ਅੰਤ ਨਹੀਂ ਪਾਇਆ। ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾਵਾਰ, ਕਰ ਕਰ ਦੇਖ ਵੇਸ, ਆ ਸਾਰਿਆਂ ਭੇਖਿਆਂ ਨੂੰ ਤੂੰ ਹੀ ਕਰ ਕਰਕੇ ਵੇਖ ਰਿਹਾ ਹੈ। ਰਹਾਉ ਜਦ ਹੋ ਸੀਆ ਵਿਆਹੀਆ, ਏ ਬਾਬਰ ਜਦੋਂ ਹੀ ਆ ਪਠਾਨਣਾ ਦੀਆਂ ਜਿਹੜੀਆਂ ਇਸਤਰੀਆਂ ਵਿਆਹੀਆਂ ਸਨ, ਲਾੜੇ ਸੋਹਨ ਪਾਸ, ਜਦੋਂ ਵਿਆਹੀਆਂ ਹੋਈਆਂ ਸਨ ਤੇ ਆਪਣੇ ਪਠਾਣਾ ਲਾੜਿਆਂ ਦੇ ਪਾਸ ਸੌਂਦੀਆਂ ਸਨ, ਜਿਨ੍ਹਾਂ ਪਠਾਨਾਂ ਨੇ ਬੜੀਆਂ ਕੁੰਡੀਆਂ ਮੁੱਛਾਂ ਕੀਤੀਆਂ ਹੋਈਆਂ ਸਨ। ਡੋਲੀ ਚੜ ਆਇਆ, ਤੇ ਐਵੇਂ ਜਿਹੜੀਆਂ ਡੋਲੀਆਂ ਉਹਨਾਂ ਵਿੱਚ ਚੜ ਚੜ ਕੇ ਇਹ ਆਈਆਂ ਸਨ। ਦੰਦ ਖੰਡ ਕੀਤੇ ਰਾਸ, ਡੋਲੀਆਂ ਪਾਲਕੀਆਂ ਵਿੱਚ ਚੜ ਚੜ ਕੇ ਆਈਆਂ ਸਨ। ਤੇ ਜਿਹੜੇ ਹਾਥੀ ਦੇ ਦੰਦ ਹੈ ਉਹਨਾਂ ਦੇ ਖੰਡ ਟੋਟੇ ਟੋਟੇ ਕਰਕੇ ਤੇ ਇਹਨਾਂ ਦੇ ਜਿਹੜੇ ਚੂੜੇ ਬਣਾਏ ਹੋਏ ਸਨ, ਜਿਹੜੇ ਪਾਏ ਹੋਏ ਸੀ ਦੰਦ ਖੰਡ, ਜੋ ਹਾਥੀ ਦੇ ਦੰਦਾਂ ਦੇ ਟੋਟੇ ਟੋਟੇ ਕਰਕੇ ਤੇ ਪਲੰਘ ਜਿਹੜੇ ਬਣਾਏ ਹੋਏ ਸਨ ਬਹੁਤੇ ਕੀਤੇ ਹੋਏ ਸਨ, ਉਹਨਾਂ ਉੱਪਰ ਬਿਰਾਜਮਾਨ ਹੁੰਦੀਆਂ ਸਨ। ਇਸੇ ਤਰ੍ਹਾਂ ਦੰਦ ਖੰਡ ਜਿਹੜੇ ਦੰਦ ਹੈ ਹਾਥੀ ਦੇ, ਤੇ ਉਹਨਾਂ ਹਾਥੀ ਦੰਦਾਂ ਨੂੰ ਟੋਟੇ ਟੋਟੇ ਕਰਕੇ ਤੇ ਪਾਲਕੀਆਂ ਵਿੱਚ ਉਹ ਜੜਤਕਾਰੀ ਕਰਕੇ ਪਾਲਕੀਆਂ ਸਜਾਈਆਂ ਹੋਈਆਂ ਸਨ। ਉਹਨਾਂ ਡੋਲੀਆਂ ਵਿੱਚ ਚੜ ਚੜ ਕੇ ਇਹ ਆਈਆਂ ਸਨ ਪਠਾਨਣੀਆਂ। ਉੱਪਰ ਪਾਣੀ ਵਾਰੀਆ, ਤੇ ਇਹਨਾਂ ਦੀਆਂ ਸੱਸਾਂ ਉੱਪਰੋਂ ਪਾਣੀ ਵਾਰੀਆਂ, ਉੱਪਰੋਂ ਸੱਸਾਂ ਇਹਨਾਂ ਦੀਆਂ ਪਾਣੀ ਵਾਰ ਵਾਰ ਕੇ ਪੀਂਦੀਆਂ ਸਨ। ਚੱਲੇ ਚਿਮਕਣ ਪਾਸ, ਤੇ ਜਿਹੜੇ ਮੀਨਾਕਾਰੀ ਕੀਤੇ ਹੋਏ ਕੋਲ ਪੱਖੇ ਝਿਲਮਿਲ ਝਿਲਮਿਲ ਕਰਦੇ ਝੱਲੇ ਜਾਂਦੇ ਸਨ। ਸੂਰਜਮੁਖੀ ਜਿਹੜੇ ਪੱਖੇ ਇਹਨਾਂ ਦੇ ਪਾਸ ਝੱਲੇ ਜਾਂਦੇ ਸਨ, ਜਿਹੜੇ ਬੜੇ ਲਿਸ਼ਕਦੇ ਸੀ। 1 ਲੱਖ ਲਹਣ ਬੈਠੀਆ, ਇੱਕ ਤੇ ਅਜਿਹੀਆਂ ਚਤਰ ਇਸਤਰੀਆਂ ਸਨ ਜੋ ਨਵੀਂ ਵਿਆਹੀ ਆਈ ਹੋਈ ਔਰਤ ਦੇ ਸੁਭਾਅ ਨੂੰ ਬੈਠਣ ਸਮੇਂ ਜਾਣ ਲੈਂਦੀਆਂ ਸਨ ਵੀ ਇਹ ਕਿਹੋ ਜਿਹੀ ਹੈ। ਤੇ ਇੱਕ ਔਰਤਾਂ ਉਸ ਨਵੀਂ ਵਿਆਹੀ ਦੇ ਖੜੇ ਹੋਣ ਸਮੇਂ ਜਿਹੜੀਆਂ ਉਹਦੇ ਸੁਭਾਅ ਨੂੰ ਜਾਣ ਲੈਂਦੀਆਂ ਸਨ ਵੀ ਇਹ ਕੈਸੀ ਹੈ। ਇਸੇ ਤਰ੍ਹਾਂ 1 ਲੱਖ ਬਹਿਣ ਬੈਠੀਆਂ, ਇੱਕ ਤਾਂ
ਉਹ ਸਨ ਜਿਹੜੀਆਂ ਬੈਠਣ ਵੇਲੇ ਉਸ ਦਾ ਮੂੰਹ ਵੇਖ ਲੈਂਦੀਆਂ ਸਨ। ਲੱਖ ਲਹਣ ਖੜੀਆ ਤੇ ਇੱਕ ਖੜੇ ਹੋਣ ਵੇਲੇ ਉਸ ਦੇ ਮੂੰਹ ਨੂੰ ਵੇਖ ਲੈਂਦੀਆਂ ਸਨ। ਇਸੇ ਤਰ੍ਹਾਂ ਹੀ ਦੰਦ ਖੰਡ ਚਲੋ 1 ਲੱਖ ਲਹਣ ਬੈਠੀਆ। ਇੱਕ ਤੇ ਉਹ ਔਰਤਾਂ ਸਨ ਜੋ ਲੱਖਾਂ ਪਦਾਰਥ ਬੈਠਿਆਂ ਬੈਠੇ ਆਪਣੇ ਦਿਓਰਾਂ ਪਾਸੋਂ ਲੈਂਦੀਆਂ ਸਨ। ਲੱਖ ਲਹਣ ਖੜੀਆ। ਇੱਕ ਉਹ ਸਨ ਜਿਹੜੀਆਂ ਖਲੋ ਕੇ ਆਪਣੇ ਜੇਠ ਤੇ ਸਹੁਰਿਆਂ ਪਾਸੋਂ ਪਦਾਰਥਾਂ ਨੂੰ ਲੈਂਦੀਆਂ ਸਨ। ਗਰੀ ਸ਼ਹਾਰੇ ਖਾਂਦੀਆਂ ਤੇ ਆਪਣੇ ਪਤੀਆਂ ਪਾਸੋਂ ਖੋਪੇ ਦੀਆਂ ਗਿਰੀਆਂ ਤੇ ਸ਼ਵਾਰੇ ਲੈ ਲੈ ਖਾਂਦੀਆਂ ਸਨ। ਜੋ ਮਾਣਨ ਸੇਜੜੀਆ ਤੇ ਆਪਣੇ ਪਤੀਆਂ ਦੇ ਨਾਲ ਬੈਠ ਕੇ ਸੁੰਦਰ ਸੇਜਾਂ ਨੂੰ ਮਾਣਦੀਆਂ ਸਨ। 3 ਗਲ ਸਿਲਕਾ ਪਾਈਆ। ਹੇ ਪਰਮੇਸ਼ਰ ਵੇਖ ਅੱਜ ਉਹਨਾਂ ਦੇ ਗਲਾਂ ਵਿੱਚ ਹੀ ਫਾਈਆਂ ਪਾਈਆਂ ਹੋਈਆਂ ਹਨ ਮੁਗਲਾਂ ਨੇ। ਟੁੱਟਨ ਮੋਤ ਸਰੀਆ ਜੋ ਮੀਡੀਆਂ ਵਿੱਚ ਮੋਤੀਆਂ ਦੀਆਂ ਲੜੀਆਂ ਲਟਕਾਈਆਂ ਸਨ ਉਹ ਟੁੱਟ ਰਹੀਆਂ ਹਨ। ਧਨ ਜੋਬਨ ਦੋਏ ਵੈਰੀ ਹੋਏ। ਧਨ ਪੈਸਾ ਤੇ ਜੋਬਨ ਜਵਾਨੀ ਦੋਵੇਂ ਇਹਨਾਂ ਦੇ ਵੈਰੀ ਹੋਏ ਪਏ ਹੈ। ਭਾਵ ਕਿ ਜਿਨ੍ਹਾਂ ਕੋਲ ਧਨ ਬਹੁਤਾ ਹੈ ਫਿਰ ਜਵਾਨੀ ਬਹੁਤੀ ਹੈ ਉਹਨਾਂ ਦੇ ਮੁਗਲ ਜ਼ਿਆਦਾ ਵੈਰੀ ਹੋਏ। ਇਹਨਾਂ ਨੂੰ ਜ਼ਿਆਦਾ ਕੁੱਟਦੇ ਮਾਰਦੇ 10 ਹੋਰ ਕਿੱਥੇ ਪੈਸੇ। ਜਿਹਦੀ ਜਵਾਨੀ ਹੈ ਉਹਨੂੰ ਹੋਰ ਕੁੱਟਦੇ ਵੀ ਕੋਈ ਗੱਲ ਇਹਨੂੰ ਮਾਰ ਦਿਓ ਹੋਰ। ਇਸੇ ਤਰ੍ਹਾਂ ਧਨ ਜੋਬਨ ਦੋਏ ਵੈਰੀ ਹੋਏ। ਜਿਨ੍ਹਾਂ ਕੋਲ ਪੈਸਾ ਉਹਨਾਂ ਦੇ ਵੈਰੀ ਬੜੇ ਹੋਏ ਹੈ ਮੁਗਲ। ਜਿਨ੍ਹਾਂ ਦੀ ਜਵਾਨੀ ਹੈ ਉਹਨਾਂ ਦੇ ਵੈਰੀ ਹੋਏ ਵੀ ਉਹ ਇਸਤਰੀਆਂ ਨੂੰ ਖੋਹ ਕੇ ਲਈ ਜਾ ਰਹੇ ਹੈ, ਛੱਡ ਨਹੀਂ ਰਹੇ। ਧਨ ਪੈਸਾ ਤੇ ਜਵਾਨੀ ਇਹਨਾਂ ਦੇ ਵੈਰੀ ਹੋ ਗਏ। ਜਿਨ੍ਹਾਂ ਦੀ ਜਵਾਨੀ ਜ਼ਿਆਦਾ ਚੜੀ ਉਹਨਾਂ ਨੂੰ ਨਹੀਂ ਛੱਡ ਰਹੇ ਹੋ। ਜਿਨ੍ਹਾਂ ਕੋਲ ਪੈਸੇ ਹੈ ਉਹਨਾਂ ਨੂੰ ਨਹੀਂ ਛੱਡ ਰਹੇ। ਜਿਨੀ ਰੱਖੇ ਰੰਗ ਲਾਏ। ਜਿਨ੍ਹਾਂ ਔਰਤਾਂ ਪਠਾਣਾ ਮਰਦਾਂ ਬਾਹਮਣਾ ਹਿੰਦੂਆਂ ਨੇ ਬੜੇ ਪ੍ਰੇਮ ਲਾ ਲਾ ਕੇ ਰੱਖੇ ਹੋਏ ਸਨ ਦੋਵੇਂ ਜਵਾਨੀ ਦੇ ਪੈਸੇ। ਦੂਤਾ ਨੋ ਫਰਮਾਇਆ। ਬਾਬਰ ਨੇ ਆਪਣੇ ਦੂਤਾਂ ਸਿਪਾਹੀਆਂ ਨੂੰ ਫਰਮਾਇਆ ਹੁਕਮ ਕੀਤਾ ਲੈ ਚੱਲੇ ਪਦ ਗਵਾਏ। ਜਿਸ ਕਰਕੇ ਇਹਨਾਂ ਔਰਤਾਂ ਦੀ ਇੱਜ਼ਤ ਅਬਰੂ ਗਵਾ ਕੇ ਲਾ ਕੇ ਆਪਣੇ ਨਾਲ ਹੀ ਨੂੜ ਕੇ ਲੈ ਚੱਲੇ ਹੈ। ਜੇ ਤਿਸ ਭਾਵੈ ਦੇ ਵਡਿਆਈ। ਜੇ ਉਸ ਬਾਬਰ ਨੂੰ ਭਾਵੇ ਤੇ ਉਸ ਨੂੰ ਆਪਣੀ ਬੇਗਮ ਬਣਾ ਕੇ ਵਡਿਆਈ ਦੇ ਦਵੇ। ਜੇ ਭਾਵੈ ਦੇ ਸਜਾਏ। ਜੇ ਉਹਨੂੰ ਭਾਵੇ ਤੇ ਮਾਇਆ ਪਿੱਛੇ ਉਹਨਾਂ ਨੂੰ ਸਜਾਵਾਂ ਦੇਵੇ। ਮਾਰੇ ਕੁੱਟੇ ਵੀ ਦੱਸੋ ਕਿੱਥੇ ਪੈਸਾ ਧੇਲਾ ਹੈ। ਇਸੇ ਤਰ੍ਹਾਂ ਹੀ ਹੇ ਪਰਮੇਸ਼ਰ ਜੇ ਤੈਨੂੰ ਭਾ ਜਾਵੇ ਤਾਂ ਤੂੰ ਕਾਬਲ ਵਾਲਿਆਂ ਨੂੰ ਵਡਿਆਈ ਦਿੰਦਾ ਹੈ ਤੇ ਜੇ ਤੂੰ ਚਾਹੇ ਤੇ ਐਮਣਾਬਾਦ ਵਾਲਿਆਂ ਨੂੰ ਸਜ਼ਾ ਦਿੰਦਾ ਹੈ। ਜੈਸਾ ਤੂੰ ਚਾਹੇ ਉਸੇ ਤਰ੍ਹਾਂ ਹੀ ਕਰਾ ਲੈਂਦਾ ਹੈ। ਅੱਗੋਂ ਦੇ ਜੇ ਚੇਤੀਐ। ਜੇ ਪਹਿਲਾਂ ਮਹਾਰਾਜ ਤੈਨੂੰ ਇਹਨਾਂ ਨੇ ਚੇਤੇ ਕੀਤਾ ਹੁੰਦਾ ਤੇਰਾ ਡਰ ਕੀਤਾ ਹੁੰਦਾ ਤਾਂ ਕਾਇਤ ਮਿਲਾ ਸਜਾਏ। ਤਾਂ ਕਾਹਤੋਂ ਇਹਨਾਂ ਲੋਕਾਂ ਨੂੰ ਪਠਾਣਾ ਨੂੰ ਇੱਥੋਂ ਦੇ ਐਮਣਾਬਾਦ ਦੇ ਲੋਕਾਂ ਨੂੰ ਸਜ਼ਾ ਮਿਲਦੀ। ਸਾਹਾ ਸੁਰਤ ਗਵਾਈਆ। ਤਾਂ ਕਾਇਤ ਮਿਲਿਆ ਸਜਾਏ। ਕਾਹਨੂੰ ਇਹਨਾਂ ਨੂੰ ਸਜ਼ਾ ਦਾ ਦੁੱਖ ਮਿਲਦਾ। ਇਹਨਾਂ ਤੈਨੂੰ ਚੇਤੇ ਨੇ ਕੀਤਾ ਤਾਂ ਹੀ ਤੇ ਮਹਾਰਾਜ ਐਸੀ ਮਾਰ ਪਈ ਹੈ। ਸਾਹਾ ਸੁਰਤ ਗਵਾਈਆ। ਇਹ ਜਿਹੜੇ ਪਠਾਣਾ ਦੇ ਪਾਤਸ਼ਾਹ ਜੋ ਬਣੇ ਸੀ ਪਠਾਨ ਸ਼ਹਿਨਸ਼ਾਹ ਤੇ ਇਹਨਾਂ ਦੇ ਜਿਹੜੇ ਸ਼ਹਿਨਸ਼ਾਹ ਬਣੇ ਹੋਏ ਸੀ ਤੇ ਇਹਨਾਂ ਨੇ ਤੇ ਮਹਾਰਾਜ ਤੇਰੇ ਵੱਲੋਂ ਉੱਕੀ ਸੁਰਤ ਗਵਾਈ ਹੋਈ ਸੀ ਭਲਾਈ ਹੋਈ ਸੀ। ਰੰਗ ਤਮਾਸ਼ਾ ਚਾਏ। ਤੇ ਬੜੇ ਉਤਸ਼ਾਹ ਨਾਲ ਰੰਗਾਂ ਦੇ ਤਮਾਸ਼ਿਆਂ ਵਿੱਚ ਫਸੇ ਹੋਏ ਸਨ। ਇਸੇ ਤਰ੍ਹਾਂ ਹੀ ਇਹ ਮਹਾਰਾਜ ਸਾਹਾ ਸੁਰਤ ਗਵਾਈਆਂ। ਇਹ ਜਿਹੜੇ ਪਠਾਨ ਬੜੇ ਸ਼ਹਿਨਸ਼ਾਹ ਬਣੇ ਫਿਰਦੇ ਸਨ ਮੁਗਲਾਂ ਨੇ ਮਾਰ ਕੇ ਇਹਨਾਂ ਦੀ ਸੁਰਤ ਗਵਾ ਦਿੱਤੀ ਹੈ। ਬਾਬਰ ਵੇਖ ਤੇ ਲਿਆ ਕਰ ਅਰਥ ਕਿੰਨਾ ਹੈ। ਰੰਗ ਤਮਾਸ਼ੇ ਚਾਏ ਤੇ ਜਿਹੜੇ ਰੰਗਾਂ ਤਮਾਸ਼ਿਆਂ ਉਤਸ਼ਾਹ ਵਿੱਚ ਹੀ ਫਸੇ ਹੋਏ ਸਨ
ਹੁਣ ਮਾਰ ਮਾਰ ਕੇ ਇਹਨਾਂ ਦੀ ਸੁਰਤ ਭੁਲਾ ਦਿੱਤੀ ਮੁਗਲਾਂ ਨੇ। ਬਾਬਰ ਬਾਣੀ ਫਿਰ ਗਈ, ਬਾਬਰ ਬਾਣੀ, ਬਾਬਰ ਦੀ ਜਿਹੜੀ ਬਾਣੀ ਹੈ ਦੁਹਾਈ ਚਾਰੇ ਪਾਸੇ ਫਿਰ ਗਈ, ਆਗਿਆ ਹੋ ਗਈ। ਕੋਇਰ ਨਾ ਰੋਟੀ ਕਿ ਖਾਏ, ਮੇਰੇ ਇੱਥੇ ਵੇਖਦਿਆਂ ਵੇਖਦਿਆਂ ਕੋਈ ਵੀ ਬੱਚਾ ਬੱਚਾ ਰੋਟੀ ਨਾ ਖਾਏ, ਨਹੀਂ ਤੇ ਫੇਰ ਬੜਾ ਬੁਰਾ ਹਾਲ ਹੋਏਗਾ। ਐਵੇਂ ਵਿਚਾਰੇ ਦੁਖੀ ਹੋ ਰਹੇ, ਕੋਈ ਛੋਟਾ ਬੱਚੀ ਰੋਟੀ ਨਹੀਂ ਖਾ ਰਹੇ। ਇਸੇ ਤਰ੍ਹਾਂ ਬਾਬਰ ਬਾਣੀ ਫਿਰ ਗਈ। ਬਾਬਰ ਜੋ ਹੈ ਉਹਦੀ ਹਕੂਮਤ, ਉਹਦੀ ਜਿਹੜੀ ਦੁਹਾਈ ਫਿਰ ਗਈ ਚਾਰੇ ਪਾਸੇ। ਕੋਈ ਰੋਟੀ ਨਾ ਖਾਏ, ਵੀ ਰੋਟੀ ਦੀ ਕੋਈ ਬੁਰਕੀ ਵੀ ਨਾ ਮੂੰਹ 'ਚ ਪਾ ਕੇ ਖਾਏ। ਇਕ ਨਾ ਵਕਤ ਖਵਾਈ ਹੈ, ਇਕਨਾਂ ਨੇ ਤੇ ਜਿਹੜੇ ਮੁਸਲਮਾਨ ਹੈ, ਜਿਹੜੇ ਨਮਾਜ਼ਾਂ ਪੜ੍ਹਦੇ ਆ, ਉਹਨਾਂ ਦੇ ਪੜ੍ਹਨ ਦਾ ਵਕਤ ਖੁੰਝਾਇਆ ਗਿਆ ਹੈ। ਇਕ ਨਾ ਪੂਜਾ ਜਾਏ, ਇਕਨਾਂ ਜਿਹੜੇ ਹਿੰਦੂ ਹੈ ਪੂਜਾ ਕਰਨ ਵਾਲੇ, ਉਹਨਾਂ ਦੇ ਪੂਜਾ ਦਾ ਵੇਲਾ ਜਾਂਦਾ ਰਿਹਾ। ਇੱਥੇ ਤੇ ਉਹਨਾਂ ਨੂੰ ਆਪੋ ਆਪਣੀ ਪੈ ਗਈ ਹੈ। ਚੌਕੇ ਵਿਣ ਹਿਦਵਾਣੀਆਂ, ਜੋ ਚੌਕੇ ਭਾਵ ਗੋਬਰ ਫੇਰ ਕੇ ਲੇਪਣ ਕਰਕੇ ਚੌਂਕਾ ਦਿੰਦੀਆਂ ਸਨ, ਤੇ ਫਿਰ ਉਹਦੇ ਵਿੱਚ ਬੈਠ ਕੇ ਭੋਜਨ ਛਕਦੇ ਆ ਨਾ ਬ੍ਰਾਹਮਣ ਲੋਕ। ਐਵੇਂ ਜਿਹੜੀਆਂ ਬ੍ਰਾਹਮਣਾਂ ਦੀਆਂ ਘਰ ਵਾਲੀਆਂ ਬ੍ਰਾਹਮਣੀ ਹਿੰਦਵਾਣੀਆਂ ਹਨ, ਉਹ ਅੱਜ ਚੌਂਕੇ ਤੋਂ ਬਿਨਾਂ ਹੀ ਕਿਆ ਟਿੱਕੇ ਕੱਢ ਨਾਏ, ਉਹ ਤੇ ਚੌਂਕੇ ਦੇਣ ਤੋਂ ਬਿਨਾਂ ਹੀ ਫੜੀਆਂ ਗਈਆਂ। ਫਿਰ ਇਹ ਜਿਹੜੇ ਸੁੱਤੇ ਹੋਏ ਬ੍ਰਾਹਮਣ ਉੱਠਦਿਆਂ ਇਸ਼ਨਾਨ ਕਰ ਲੈਂਦੇ ਤੇ ਨਹਾ ਕੇ ਮੱਥੇ 'ਤੇ ਐਵੇਂ ਤਿਲਕ ਕੱਢਦੇ ਆ, ਟਿੱਕੇ ਕੱਢਦੇ ਆ। ਅੱਜ ਉਹ ਕਿੱਥੋਂ ਟਿੱਕੇ ਲਾਉਣਗੇ? ਘਰ ਵਾਲੀਆਂ ਤੇ ਫੜੀਆਂ ਗਈਆਂ ਹੈ। ਉਹ ਬ੍ਰਾਹਮਣਾਂ ਨੂੰ ਵੀ ਆਪਣੀ ਆਪਣੀ ਪਈ ਹੋਈ ਹੈ। ਰਾਮ ਨਾ ਕਬਹੁ ਚੇਤਿਓ, ਜਿਨ੍ਹਾਂ ਇਹਨਾਂ ਸਾਰਿਆਂ ਬ੍ਰਾਹਮਣਾਂ ਆਦਿਕ ਹਿੰਦਵਾਣੀਆਂ ਨੇ ਕਦੀ ਪਰਮੇਸ਼ਰ ਨੂੰ ਚੇਤੇ ਹੀ ਨਹੀਂ ਸੀ ਕੀਤਾ। ਹੁਣ ਕਹਿਣ ਨਾ ਮਿਲਾ ਖੁਦਾਏ, ਹੁਣ ਇਹਨਾਂ ਨੂੰ ਖੁਦਾ ਵੀ ਕਹਿਣ ਨੂੰ ਨਹੀਂ ਮਿਲਦਾ। ਭਾਵ ਇਹ ਖੁਦਾ ਕਹਿਣ ਲੱਗਦੀਆਂ, ਉਹ ਕਹਿਣ ਹੀ ਨਹੀਂ ਦਿੰਦੇ, ਮੂੰਹ 'ਤੇ ਚਪੇੜਾਂ ਮਾਰਦੇ ਜਾਂ ਡੰਡੇ ਮਾਰਦੇ, ਕਹਿੰਦੇ ਪੈਸਾ ਕਿੱਥੇ ਦੱਸੋ। ਉਹ ਇਹਨਾਂ ਨੂੰ ਖੁਦਾ ਵੀ ਕਹਿਣਾ ਹੁਣ ਨਸੀਬ ਨਹੀਂ ਹੋ ਰਿਹਾ, ਮਿਲ ਨਹੀਂ ਰਿਹਾ। ਇੱਕ ਘਰ ਆਵਹਿ ਆਪਣਾ, ਜਾਂ ਹੁਣ ਕਹਿਣ ਨਾ ਮਿਲੇ ਖੁਦਾਏ। ਜਿਨ੍ਹਾਂ ਨੇ ਕਦੀ ਪਰਮੇਸ਼ਰ ਨੂੰ ਯਾਦ ਨਹੀਂ ਸੀ ਨਾ ਕੀਤਾ, ਹੁਣ ਐਸੀ ਮਾਰ ਪੈ ਰਹੀ ਹੈ, ਖੁਦਾ ਦਾ ਨਾਮ ਕਹਿਣ ਨੂੰ ਮਿਲ ਨਹੀਂ ਰਿਹਾ। ਜਦੋਂ ਬੋਲਣ ਲੱਗਦੀਆਂ ਉਹਦੇ ਮੂੰਹ ਵਿੱਚ ਘੱਟੇ ਭਰ ਕੇ ਪਾ ਦਿੰਦੇ ਹੈ। ਇੱਕ ਘਰ ਆਵਹਿ ਆਪਣਾ, ਇੱਕ ਤੇ ਉਹ ਹੈ ਜਿਹੜੇ ਇਹਨਾਂ ਦੇ ਘਰ ਆਉਂਦੇ ਹੈ। ਇੱਕ ਮਿਲ ਪੁੱਛੈ ਸੁਖ, ਇੱਕ ਘਰ ਆਵੈ ਆਪਣੇ। ਇੱਕ ਤਾਂ ਬਾਬਰ ਦੇ ਹੁਕਮ ਨਾਲ ਆਪਣੇ ਘਰਾਂ ਨੂੰ ਮੁੜੇ ਆਉਂਦੇ ਹਨ। ਇੱਕ ਮਿਲ ਪੁੱਛੈ ਸੁਖ, ਇੱਕ ਉਹਨਾਂ ਦੇ ਰਾਹ ਵਿੱਚ ਮਿਲ ਕੇ ਸੁੱਖ ਦੀ ਗੱਲ ਪੁੱਛਦੇ ਹਨ ਕਿ ਬਾਦਸ਼ਾਹ ਨੇ ਚੱਟੀ ਲਾ ਕੇ ਛੱਡਿਆ ਕਿ ਜਾਂ ਐਵੇਂ ਛੱਡ ਦਿੱਤਾ ਹੈ। ਇੱਕ ਨਾ ਇਹੋ ਲਿਖਿਆ, ਇੱਕ ਨਾ ਦੇ ਉੱਪਰ ਤੇ ਮਹਾਰਾਜ ਮੱਥੇ ਉੱਪਰ ਤੂੰ ਐਸਾ ਹੀ ਲੇਖ ਲਿਖਿਆ ਹੋਇਆ ਹੈ। ਬਹਿਰੋ ਵਹਿ ਦੁੱਖ, ਇਹੋ ਜਿਹਾ ਲੇਖ ਲਿਖਿਆ ਹੋਇਆ ਕਿ ਜੋ ਆਪਣੇ ਜਿਹੜੇ ਉਹ ਲੋਕ ਹੈ ਜਣੇ ਖਾਣੇ ਕੋਲ ਹੀ ਆਪਣੇ ਬਹਿ ਕੇ ਦੁੱਖ ਰੋਂਦੇ ਆ ਵੀ ਬੜੀ ਮਾੜੀ ਹੋ ਗਈ ਹੈ। ਜੋ ਤਿਸ ਭਾਵੈ ਸੋ ਥੀਐ, ਹੇ ਪਰਮੇਸ਼ਰ ਜੋ ਤਿਸ ਉਸ ਪਰਮਾਤਮਾ ਨੂੰ ਭਾਉਂਦਾ ਹੈ, ਜਾਂ ਜੋ ਤਿਸ ਹੇ ਮਾਲਕ ਜੋ ਤੈਨੂੰ ਭਾਉਂਦਾ ਹੈ ਉਹੀਓ ਹੁੰਦਾ ਹੈ। ਨਾਨਕ ਕਿਆ ਮਨੁੱਖ, ਇਹ ਮਨੁੱਖ ਭਲਾ ਕਿਆ ਹੈ? ਮਨੁੱਖ ਕੀ ਹੈ ਭਲਾ? ਇਹ ਕੀ ਕਰ ਸਕਦਾ? ਵੀ ਬਾਬਰ ਕੀ ਹੈ ਵੀ ਐਵੇਂ ਨਾ ਬਾਦ ਨੂੰ ਕੁਝ ਕਰ ਦੇਵੇ। ਇਹ ਤੇ ਜੇ ਤਿਸ ਭਾਵੈ, ਜੋ ਤਿਸ ਭਾਵੈ, ਜੋ ਉਸ ਪਰਮੇਸ਼ਰ ਨੂੰ ਭਾਉਂਦਾ ਹੈ ਉਹੀਓ ਹੁੰਦਾ ਹੈ। ਇਹ ਮਨੁੱਖ ਵਿਚਾਰਾ ਭਲਾ ਕੀ? ਇਹਦੇ ਹੱਥ ਕੀ? ਮਾਨਸ ਕਿਆ ਵਿਚਾਰਾ ਰਾਮ, ਇਹ ਤੇ ਆਪ ਨਹੀਂ ਕਿਸੇ ਜੋਗਾ। ਚੌਪਈ ਸੁਣ ਕਰ ਬਾਬਰ ਖਰਾ ਅਗਾਰੀ, ਸੁਣ ਕਰਕੇ ਜਿਹੜਾ ਇਹ ਬਾਬਰ ਹੈ
ਸਤਿਗੁਰ ਜੀ ਦੇ ਅੱਗੇ ਖੜਾ ਹੋ ਗਿਆ। ਹਾਥ ਬੰਦ ਕੈ ਗਿਰਾ ਉਚਾਰੀ, ਹੱਥ ਦੋਵੇਂ ਜੋੜ ਕੇ ਤੇ ਬਚਨ ਕਿਹਾ ਬਾਬਰ ਨੇ, ਅਰਥ ਸਮੇਤ ਸੁਨਾਵਹੁ ਮੋਹੀ। ਇਹ ਮਹਾਰਾਜ ਜੀ ਜੋ ਆਪ ਜੀ ਨੇ ਸ਼ਬਦ ਉਚਾਰਿਆ ਇਹਨੂੰ ਅਰਥ ਦੇ ਸਮੇਤ ਮੈਨੂੰ ਸੁਣਾਓ। ਰਾਵਰ ਕਹਿਨ ਕਾਹੇ ਪਰ ਹੋਈ, ਆਪ ਜੀ ਦਾ ਜੋ ਇਹ ਕਹਿਣਾ ਹੈ ਕਿਸ ਪਰ ਹੋ ਰਿਹਾ ਹੈ, ਭਾਵ ਆਪ ਜੀ ਨੇ ਸ਼ਬਦ ਕਿਸ ਨੂੰ ਸੰਬੋਧਨ ਕਰਦਿਆਂ ਕਿਹਾ ਹੋਇਆ ਹੈ। ਸੁਨ ਬਾਬਰ ਇਹ ਤੇ ਪਠਾਨਾ, ਮਹਾਰਾਜ ਕਹਿਣ ਲੱਗੇ ਬਾਬਰ ਸੁਣ, ਹੋਤੇ ਨਹੀਂ ਹਤੇ ਪਠਾਨਾ, ਇਹ ਜਿਹੜੇ ਪਠਾਨ ਤੂੰ ਮਾਰੇ ਐ, ਲੋਟਿਓ ਸਗਰੋ ਨਗਰ ਮਹਾਨਾ। ਤੇ ਜਿਹੜਾ ਇਹ ਸਾਰਾ ਨਗਰ ਐਮਨਾਬਾਦ ਦੀ ਚੰਗੀ ਤਰ੍ਹਾਂ ਬਣਾ ਸਵਾਰ ਕੇ ਤੂੰ ਬਹੁਤਾ ਲੁੱਟਿਆ ਹੈ। ਸਭ ਹਿਨ ਕੀ ਨਾਰੀ ਗਹਲੀਨੀ, ਫਿਰ ਸਾਰੇ ਇੱਥੇ ਰਹਿਣ ਵਾਲੇ ਲੋਕਾਂ ਦੀ ਜਿਹੜੀਆਂ ਇਸਤਰੀਆਂ ਪਕੜ ਲਈਆਂ ਤੈਨੇ, ਦਲ ਮਹਿ ਆਨ ਕੈਦ ਕਰ ਦੀਨੀ। ਤੇ ਦਲ ਵਿੱਚ ਲਿਆ ਕੇ ਤੇ ਆਪਣੀ ਕੈਦ ਵਿੱਚ ਕਰ ਦਿੱਤੀਆਂ ਹੈ। ਕਸ਼ਟ ਸਮਾ ਅਬ ਤਿਨ ਪਰ ਆਇਓ, ਬੜਾ ਕਸ਼ਟ ਦਾ ਸਮਾਂ ਹੁਣ ਇਹਨਾਂ ਉੱਪਰ ਆਇਆ ਹੋਇਆ ਹੈ। ਦੇਖ ਦਸ਼ਾ ਅਸ ਸ਼ਬਦ ਅਲਾਇਓ, ਇਹਨਾਂ ਦੀ ਮਾੜੀ ਹਾਲਤ ਦੇਖ ਕੇ ਅਸਾਂ ਨੇ ਐਸਾ ਸ਼ਬਦ ਉਚਾਰਨ ਕਰਕੇ ਕਿਹਾ ਹੈ। ਜਿਨ ਕਾ ਸਿਰ ਪਰ ਪਾਟੀ ਸੋ ਹੈ। ਇਹ ਬਾਬਰ ਉਹ ਸ਼ਬਦ ਦੇ ਅਰਥ ਸੁਣ ਵੀ ਜਿਨ੍ਹਾਂ ਪਠਾਣਾ ਦੇ ਘਰ ਵਾਲੀਆਂ ਪਠਾਨਣੀਆਂ ਦੇ ਸੀਸ ਉੱਪਰ ਪੱਟੀਆਂ ਮੀਡੀਆਂ ਸੋਭਨੀਕ ਹੁੰਦੀਆਂ ਸਨ। ਮੰਗ ਸੰਧੂਰ ਪਾਏ ਮਨ ਮੋਹੈ, ਉਹ ਪੱਟੀਆਂ ਦੇ ਚੀਰਿਆਂ ਵਿੱਚ ਸੰਧੂਰ ਪਾਉਂਦੀਆਂ ਸਨ ਤੇ ਬੜਾ ਮਨ ਨੂੰ ਮੋਹਦੀਆਂ ਸਨ ਜੋ ਇਸਤਰੀਆਂ। ਸੋਹਤ ਸਿਰ ਹਿਤ ਭੂਖਨ ਰੂਰਨਾ, ਸਿਰ ਨੂੰ ਸੋਭਨੀਕ ਕਰਨ ਵਾਸਤੇ ਤੇ ਬੜੇ ਸੋਹਣੇ ਜਿਹੜੇ ਆ ਗਹਿਣਿਆਂ ਦੇ ਸਹਿਤ, ਸੰਗ ਕਤਰਨੀ ਕਤਰਹ ਤੂਰਨਾ, ਤੇ ਸੋਹਣੇ ਗਹਿਣਿਆਂ ਦੇ ਨਾਲ ਸਿਰਾਂ ਨੂੰ ਸੋਭਨੀਕ ਕਰਨ ਵਾਸਤੇ ਜਿਨ੍ਹਾਂ ਨੇ ਗਹਿਣੇ ਆਪਣੇ ਪੱਟੀਆਂ ਵਿੱਚ ਹੀ ਪਾਏ ਹੋਏ ਸੀ, ਕੀਤੇ ਸੀ ਧਾਰਨ, ਸੰਗ ਕਤਰਨੀ, ਉਹ ਹੁਣ ਆ ਵੱਡੀਆਂ ਵੱਡੀਆਂ ਕਾਤੀਆਂ ਦੇ ਨਾਲ ਬੜੀ ਛੇਤੀ ਨਾਲ ਕਤਰਦੇ ਆ ਤੇਰੇ ਫੌਜੀ। ਪਾਏ ਬਦਨ ਮਹਿ ਭਸਮ ਬਹੋਰੀ, ਤੇ ਜੇ ਉਹ ਕੁਝ ਮੁੱਖੋਂ ਬੋਲਦੀਆਂ ਤੇ ਉਹਨਾਂ ਦੇ ਮੁੱਖ ਵਿੱਚ ਸਵਾਹ ਮਿੱਟੀ ਪਾਉਂਦੇ ਐ। ਕਹਾ ਬਤਾਵਹੁ ਮਾਇਆ ਔਰੀ, ਕਹਿੰਦੇ ਆ ਵੀ ਹੋਰ ਨਹੀਂ ਕੁਝ ਬੋਲਣਾ, ਜਿਹੜੀ ਹੋਰ ਮਾਇਆ ਦੱਬੀ ਆ ਰੱਖੀ ਉਹ ਸਾਨੂੰ ਦੱਸੋ। ਜਿਹ ਮੁਖ ਨਾਨਾ ਬਿੰਜਨ ਖਾਇਓ, ਜਿਨ੍ਹਾਂ ਮੁੱਖਾਂ ਨਾਲ ਇਹਨਾਂ ਨੇ ਬਹੁਤ ਤਰ੍ਹਾਂ ਦੇ ਭੋਜਨਾਂ ਨੂੰ ਖਾਧਾ ਸੀ। ਸ੍ਰੀ ਕਰਤਾਰ ਨਾ ਨਾਮ ਅਲਾਇਓ, ਤੇ ਸੋਭਾ ਵਾਲੇ ਕਰਤਾਰ ਪਰਮੇਸ਼ਰ ਜਿਸ ਨੇ ਦਿੱਤਾ ਨੂੰ ਤੇ ਕਦੀ ਨਾ ਉਹਦਾ ਨਾਮ ਹੀ ਨਹੀਂ ਸੀ ਕਿਹਾ ਵੀ ਮਹਾਰਾਜ ਤੇਰਾ ਦਿੱਤਾ ਖਾ ਰਹੇ ਆ। ਤਿਹ ਮੁਖ ਵਿਸ਼ਟਾ ਬੰਧਾ ਸੋ, ਹੁਣ ਤੇਰੇ ਜਿਹੜੇ ਸਿਪਾਹੀ ਐ ਮੁਗਲ, ਉਹ ਉਹਨਾਂ ਮੂੰਹਾਂ ਦੇ ਉੱਪਰ ਜਿਹੜੀ ਗੰਦਗੀ ਦੇ ਲਿਫਾਫੇ ਬਣਦੇ ਐ। ਕਹਾ ਦੇਹੋ ਧਨ ਗਾਡਿਓ ਜੋ, ਤੇ ਨਾਲ ਕਹਿੰਦੇ ਵੀ ਜਿਹੜਾ ਧਨ ਕਿਤੇ ਗੱਡਿਆ ਉਹ ਸਾਨੂੰ ਦੱਸ ਦਿਓ। ਮੰਦਿਰ ਸੁੰਦਰ ਮਹਿ ਦਿਨ ਰਾਨਾ, ਜੋ ਇਹ ਪਠਾਨਣੀਆਂ ਤੇ ਪਠਾਨ ਸੋਹਣੇ ਮੰਦਰਾਂ ਮਕਾਨਾਂ ਵਿੱਚ ਰਾਤ ਦਿਨ ਹੀ ਰਹਤ ਸਦਾ ਸੰਤ ਪਿਖ ਹੈ ਨਾਨਨ, ਸਦਾ ਹੀ ਹਮੇਸ਼ਾ ਹੀ ਅੰਦਰ ਹੀ ਵੜੇ ਰਹਿੰਦੇ ਸੀ। ਸੰਤ ਸਾਧੂ ਨੇਤਰਾਂ ਨਾਲ ਕਦੇ ਦੇਖਦੇ ਨਹੀਂ ਸਨ, ਧੱਕੇ ਮਾਰਦੇ ਸਨ ਸਗੋਂ। ਬੈਸਨ ਮਿਲੈ ਨਾ ਸੋ ਅਬ ਪਾਸੀ, ਹੁਣ ਇਹਨਾਂ ਨੂੰ ਉਹ ਮਹਿਲਾਂ ਦੇ ਨੇੜੇ ਤੇੜੇ ਬੈਠਣਾ ਮਿਲ ਨਹੀਂ ਰਿਹਾ, ਉਹ ਪਤੀਆਂ ਦੀ ਸੇਜਾਂ ਤੇ ਬੈਠਣਾ ਮਿਲ ਨਹੀਂ ਰਿਹਾ। ਐਸੋ ਪ੍ਰਾਪਤ ਭਾ ਦੁਖ ਰਾਸੀ, ਇਸ ਤਰ੍ਹਾਂ ਇਹਨਾਂ ਨੂੰ ਬੜਾ ਭਾਰੀ ਜਿਹੜਾ ਦੁੱਖ ਪ੍ਰਾਪਤ ਹੋਇਆ ਹੈ। ਵਾਹਿਗੁਰੂ ਜੋ ਕਰਨੇ ਹਾਰਾ, ਗੱਲ ਤਾਂ ਵਿਚਲੀ ਬਾਬਰ ਇਹ ਹੈ ਜੋ ਵਾਹਿਗੁਰੂ ਪਰਮੇਸ਼ਰ ਸਭ ਕੁਝ ਕਰਨੇ ਵਾਲਾ ਹੈ। ਤਿਸ ਕੋ ਬੰਧਨ ਬਾਰੰਬਾਰ, ਇਹ ਸਾਰਾ ਉਹਦਾ ਹੀ ਭਾਣਾ ਹੈ, ਉਸ ਨੂੰ ਸਾਡੀ ਬਾਰ ਬਾਰ ਨਮਸਕਾਰ ਆਦੇਸ਼ ਬਾਬਾ ਆਦੇਸ਼ ਹੈ।
ਹੈ। ਸਭ ਕੀ ਆਦ ਪੁਰਖ ਅਬਨਾਸੀ। ਜੋ ਸਭ ਦਾ ਯਾਦ ਮੁੱਢ ਹੈ, ਪਰਿਪੂਰਨ ਪੁਰਖ ਹੈ ਤੇ ਨਾਸ ਤੋਂ ਰਹਿਤ ਅਬਨਾਸੀ ਹੈ। ਕਿਸ ਬਿਦ ਅੰਤ ਨਾ ਪਾਇਆ ਜਾਸੀ। ਕਿਸੇ ਤਰ੍ਹਾਂ ਵੀ ਉਸ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਰ ਕਰ ਵੇਖਿਆ ਚੋਜ ਕਨੇਰੇ। ਕੋਈ ਉਹ ਪਰਮੇਸ਼ਰ ਹੀ ਬੇਅੰਤ ਬਹੁਤੇ ਚੋਜ ਕੌਤਕ ਕਰ ਕਰਕੇ ਵੇਖਦਾ ਹੈ। ਜਿਉ ਚਾਹਤ ਤਿਉ ਕਰ ਬਿਨ ਦੇਰੇ। ਜਿਉਂ ਚਾਹੁੰਦਾ ਉਵੇਂ ਕਰ ਦਿੰਦਾ ਬਿਨਾਂ ਦੇਰੀ ਤੋਂ। ਜਬ ਇਨ ਅੰਗ ਨਾ ਪਏ ਵਿਆਹ। ਜਦੋਂ ਇਹਨਾਂ ਪਠਾਨਣੀਆਂ, ਹਿੰਦਵਾਣੀਆਂ, ਐਮਨਾਬਾਦ ਵਿੱਚ ਰਹਿਣ ਵਾਲੀਆਂ ਭਾਵ ਸਾਰੀਆਂ ਇਸਤਰੀਆਂ, ਜਦੋਂ ਇਹਨਾਂ ਇਸਤਰੀਆਂ ਦੇ ਵਿਆਹ ਹੋਏ ਸਨ, ਸੋਹਿਤ ਭਰਤਾ ਬਾਠੇ ਪਾਹ। ਇਹਨਾਂ ਦੇ ਪਤੀ ਪਾਸ ਬੈਠੇ ਹੋਏ ਬੜੇ ਸੋਭਨੀਕ ਹੁੰਦੇ ਸਨ ਤੇ ਇਹ ਵੀ ਆਪਣੇ ਪਤੀਆਂ ਪਾਸ ਬੈਠੀਆਂ ਬੜੀਆਂ ਸੋਭਦੀਆਂ ਸਨ। ਹਿੰਡੋਲਨ ਪਰ ਚੜ ਕਰ ਆਈ। ਜਿਵੇਂ ਡੋਲੀਆਂ ਪਾਲਕੀਆਂ ਵਿੱਚ ਚੜ ਚੜ ਕੇ ਆਈਆਂ ਸਨ। ਪ੍ਰਥਮ ਬਦਨ ਮਹਿ ਪਾਏ ਮਿਠਾਈ। ਸਭ ਤੋਂ ਪਹਿਲਾਂ ਇਹਨਾਂ ਦੇ ਮੁੱਖਾਂ ਵਿੱਚ ਮਠਿਆਈਆਂ ਹੀ ਪਾਈਆਂ ਗਈਆਂ ਸੀ। ਵਾਰ 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 ਵਾਰੀ। ਇਹਨਾਂ ਦੀਆਂ ਸੱਸਾਂ ਸ੍ਰੇਸ਼ਟ ਜਲ ਗੜਵੀ ਵਿੱਚ ਲੈ ਕੇ ਵਾਰ-ਵਾਰ ਵਾਰ ਕੇ ਪੀਂਦੀਆਂ ਸਨ। ਪੀਵਹਿ ਹੋਤ ਹਰਖ ਔਰ ਭਾਰੀ। ਨਾਲੇ ਪਾਣੀ ਪੀਂਦੀਆਂ ਸਨ, ਨਾਲੇ ਹਿਰਦੇ ਵਿੱਚ ਬੜੀਆਂ ਖੁਸ਼ ਹੁੰਦੀਆਂ, ਮਖੌਲ ਕਰਦੀਆਂ ਸਨ। ਦਾਸੀ ਬਿਜਨਾ ਫੇਰਹਿ ਤਾਹੀ। ਇਹਨਾਂ ਦੀਆਂ ਜਿਹੜੀਆਂ ਦਾਸੀਆਂ ਨੌਕਰਾਣੀਆਂ, ਉਹ ਇਹਨਾਂ ਦੇ ਇਸਤਰੀਆਂ ਉੱਪਰ ਪੱਖੇ ਫੇਰਦੀਆਂ ਸਨ। ਦਰਪਨ ਵਿੱਚ ਲੱਗੇ ਹੈ ਜਾਹੀ। ਜਿਨ੍ਹਾਂ ਪੱਖਿਆਂ ਦੇ ਵਿੱਚ ਮੀਨਾਕਾਰੀ ਦੇ ਕਰਕੇ ਸ਼ੀਸ਼ੇ ਲੱਗੇ ਹੋਏ ਸਨ ਵਿੱਚ, ਜੋ ਬੜੇ ਝਿਲਮਿਲ ਕਰਦੇ ਸਨ ਪੱਖੇ। ਚਮਕਤ ਤੇ ਦੁੱਤ ਹੋਤ ਵਿਸਾਲਾ। ਚਮਕਤ ਬੜੇ ਲਿਸ਼ਕਦੇ ਸਨ, ਝਮਕਦੇ ਸਨ ਤੇ ਜਿਨ੍ਹਾਂ ਦੀ ਬਹੁਤ ਸੋਭਾ ਹੁੰਦੀ ਸੀ। ਬਹੁਤ ਬਿਨੋ ਕਹ ਮੇਲ ਤਿਹ ਕਾਲਾ। ਬਹੁਤ ਜਿਹੜੇ ਆ ਵੇਖ ਕੇ ਉਸ ਸਮੇਂ ਇਹਨਾਂ ਨੂੰ ਬਹੁਤ ਲੱਖਾਂ ਹੀ ਭਾਵ ਇਸਤਰੀਆਂ ਆਣ ਕੇ ਬੈਠਣ ਸਮੇਂ, ਖੜਨ ਸਮੇਂ ਇਹਨਾਂ ਨੂੰ ਦੇਖਦੀਆਂ ਸਨ ਮਿਲ ਕੇ। ਦੋਹਰਾ ਖਾਵਤ ਖਾਰਕ ਗਰੀ ਪੁਨ। ਐਵੇਂ ਆਪਣੇ ਪਤੀਆਂ ਪਾਸੋਂ ਗਿਰੀ ਦੇ ਖੋਪੇ ਤੇ ਇਸੇ ਤਰ੍ਹਾਂ ਹੀ ਉਹ ਖਾਂਦੀਆਂ, ਛੁਹਾਰੇ ਖਾਂਦੀਆਂ ਸਨ। ਲੈ ਕਰ ਭਰਤੇ ਪਾਸ। ਆਪਣੇ ਪਤੀਆਂ ਪਾਸੋਂ ਲੈ ਕਰਕੇ ਸੇਜਾ ਮਾਣ ਪਾਵਤੀ। ਮਨ ਭਾਉਂਦੀਆਂ ਸੇਜਾਂ ਸੋਹਣੀਆਂ ਮਾਣਦੀਆਂ ਸਨ। ਬਿਲਸਤ ਬਹੁਤ ਵਿਸਾਲ। ਬਿਲਸਤ ਬਹੁਤ ਬਿਲਾਸ। ਤੇ ਬਹੁਤ ਹੀ ਜਿਹੜਾ ਆਨੰਦ ਨੂੰ ਭੋਗਦੀਆਂ ਸਨ, ਐਵੇਂ ਆਨੰਦ ਮਾਣਦੀਆਂ ਸਨ। ਇਹ ਗੁਰੂ ਸਾਹਿਬ ਜੀ ਜਿਹੜਾ ਸ਼ਬਦ ਉਚਾਰਨ ਕੀਤਾ, ਬਾਬਰ ਦੇ ਪੁੱਛਣੇ ਕਰਕੇ ਉਹਦੇ ਜਿਹੜੇ ਅਰਥ ਸਤਿਗੁਰੂ ਜੀ ਸੁਣਾ ਰਹੇ ਆ, ਉਹ ਆਪਾਂ ਸਰਵਣ ਕਰ ਰਹੇ ਹਾਂ। ਸਮਾਂ ਹੁਣ ਪੂਰਾ ਹੋ ਗਿਆ, ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰਾਂਗੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਹਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਖਾਵਤ ਖਾਰਕ ਗਰੀ ਪੁਨ। ਲੈ ਕਰ ਭਰਤੇ ਪਾਸ। ਸੇਜਾ ਮਾਣ ਪਾਵਤੀ। ਬਿਲਸਤ ਬਹੁਤ ਬਿਲਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।